ਸਲੋਕ ਮਹੱਲਾ ਤੀਜਾ। ਛੇਵਾਂ ਸ਼ਲੋਕ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਉਚਾਰ ਰਹੇ ਹਨ। ਅਭਿਆਗਤ ਹੈ ਨਾ ਆਖੀਆਂ ਨਾ। ਸਾਧ ਸੰਗਤ ਜੀਓ, ਇਹ ਪਾਵਨ ਸ਼ਲੋਕ ਸ੍ਰੀ ਗੁਰੂ ਅਮਰਦਾਸ ਜੀ ਨੇ ਮਾਈ ਦਾਸ ਵੈਸ਼ਨੂੰ ਦੇ ਪ੍ਰਥਾਏ ਉਚਾਰੀ ਹੈ। ਮਾਈ ਦਾਸ ਕ੍ਰਿਸ਼ਨ ਜੀ ਦਾ ਉਪਾਸ਼ਕ ਸੀਗਾ, ਜੋ ਆਪਣੇ ਹੱਥੀਂ ਆਪ ਭੋਜਨ ਤਿਆਰ ਕਰਕੇ ਛਕਦਾ ਹੁੰਦਾ ਸੀ। ਸਤਿਗੁਰਾਂ ਦੀ ਮਹਿਮਾ ਸੁਣ ਕੇ ਮਾਈ ਦਾਸ ਦੇ ਮਨ ਵਿੱਚ ਵੀ ਸਤਿਗੁਰਾਂ ਦੇ ਦਰਸ਼ਨ ਕਰਨ ਦਾ ਉਤਸ਼ਾਹ ਹੋ ਆਇਆ। ਸਤਿਗੁਰਾਂ ਦੇ ਦਰਸ਼ਨ ਕਰਨ ਲਈ ਸ੍ਰੀ ਗੋਇੰਦਵਾਲ ਸਾਹਿਬ ਪਹੁੰਚਿਆ। ਹਰ ਇੱਕ ਸਿੱਖ ਨੂੰ ਕਹਿਣ ਲੱਗਾ ਕਿ ਮੈਂ ਸ੍ਰੀ ਗੁਰੂ ਅਮਰਦਾਸ ਜੀ ਦੇ ਦਰਸ਼ਨ ਕਰਨੇ ਹਨ। ਗੁਰੂ ਸਾਹਿਬ ਜੀ ਕਿੱਥੇ ਨੇ? ਉਹ ਸਿੱਖ ਨੇ ਕਿਹਾ ਕਿ ਮਹਾਤਮਾ ਜੀ, ਇੱਥੋਂ ਦਾ ਇੱਕ ਨਿਯਮ ਹੈ ਕਿ ਪਹਿਲਾਂ ਆਪ ਜੀ ਲੰਗਰ ਵਿੱਚੋਂ ਪ੍ਰਸ਼ਾਦਾ ਛਕੋ, ਫਿਰ ਗੁਰੂ ਸਾਹਿਬ ਜੀ ਦੇ ਦਰਸ਼ਨ ਹੋਣਗੇ। ਮਾਈ ਦਾਸ ਵੈਸ਼ਨੂੰ ਕਹਿਣ ਲੱਗਾ ਕਿ ਮੇਰਾ ਨਿਯਮ ਹੈ, ਮੈਂ ਆਪਣੇ ਹੱਥੀਂ ਭੋਜਨ ਤਿਆਰ ਕਰਕੇ ਛਕਦਾ ਹਾਂ। ਸਿੱਖ ਨੇ ਉਸੇ ਵਕਤ ਲੰਗਰ ਵਿੱਚ ਜੋ ਸੁੱਕਾ ਸੀਦਾ ਹਾਜ਼ਰ ਸੀ ਲਿਆ ਕੇ ਦੇ ਦਿੱਤਾ। ਜਦ ਮਾਈ ਦਾਸ ਨੇ ਚੁੱਲ੍ਹਾ ਬਣਾਉਣ ਲਈ ਧਰਤੀ ਪੁੱਟੀ ਤਾਂ ਹੇਠੋਂ ਹੱਡੀਆਂ ਨਿਕਲੀਆਂ। ਤਾਂ ਉਸੇ ਵੇਲੇ ਆਪਣੇ ਆਪ ਨੂੰ ਅਪਵਿੱਤਰ ਜਾਣ ਕੇ ਇਸ਼ਨਾਨ ਕਰਨ ਚਲਾ ਗਿਆ। ਜਦੋਂ ਆ ਕੇ ਹੋਰ ਜਗ੍ਹਾ ਪੁੱਟੀ ਤਾਂ ਉੱਥੋਂ ਵੀ ਹੱਡੀਆਂ ਨਿਕਲੀਆਂ। ਫਿਰ ਇਸ਼ਨਾਨ ਕਰਕੇ ਤੀਸਰੀ ਵਾਰ ਜਗ੍ਹਾ ਪੁੱਟੀ, ਉੱਥੋਂ ਫਿਰ ਹੱਡੀਆਂ ਨਿਕਲੀਆਂ। ਇਉਂ ਵਾਰ-ਵਾਰ ਹੱਡੀਆਂ ਨਿਕਲਣ ਤੋਂ ਖਿੱਝ ਕੇ ਸਤਿਗੁਰਾਂ ਦੇ ਦਰਸ਼ਨ ਕਰਨ ਤੋਂ ਬਗੈਰ ਹੀ ਵਾਪਸ ਦਵਾਰਕਾ ਵੱਲ ਨੂੰ ਚੱਲ ਪਿਆ। ਜਦ ਤੁਰਦਿਆਂ ਦਵਾਰਕਾ ਦੇ ਕੋਲ ਇੱਕ ਜੰਗਲ ਵਿੱਚ ਪਹੁੰਚਿਆ ਤਾਂ ਉਸ ਦਿਨ ਇਕਾਦਸ਼ ਤਾਰੀਖ ਜਾਣ ਕੇ ਵਰਤ ਰੱਖ ਲਿਆ। ਪਰੰਤੂ ਦੂਸਰੇ ਦਿਨ ਇਕਾਦਸ਼ੀ ਵਰਤ ਖੋਲ੍ਹਣ ਲਈ ਉਹਨੂੰ ਜੰਗਲ ਵਿੱਚੋਂ ਪਾਣੀ ਤੱਕ ਵੀ ਕੋਈ ਚੀਜ਼ ਨਾ ਮਿਲੀ। ਇਹਨੂੰ ਭੁੱਖ ਨੇ ਬੜਾ ਸਤਾਇਆ ਹੋਇਆ ਸੀ, ਪਰ ਉਹਦੀ ਜਾਨ ਬਚਾਉਣ ਵਾਸਤੇ ਕ੍ਰਿਸ਼ਨ ਜੀ ਨੇ ਗੁਪਤ ਰੂਪ ਅੰਦਰ ਇੱਕ ਥਾਲੀ ਵਿੱਚ ਦਾਲ ਤੇ ਚੌਲ ਪਾ ਕੇ ਉਹਦੇ ਅੱਗੇ ਰੱਖ ਦਿੱਤੇ। ਜਿਹਨੂੰ ਬ੍ਰਾਹਮਣ ਕੱਚਾ ਭੋਜਨ ਸਮਝਦੇ ਨੇ, ਵੇਖ ਕੇ ਮਾਈ ਦਾਸ ਵਿਚਾਰਦਾ, ਮਨ 'ਚ ਸੋਚਣ ਲੱਗਾ ਕਿ ਜੇਕਰ ਚੌਂਕੇ ਤੋਂ ਬਗੈਰ ਮੈਂ ਭੋਜਨ ਨੂੰ ਖਾਂਦਾ ਤਾਂ ਮੇਰਾ ਨਿਯਮ ਟੁੱਟਦਾ। ਜੇ ਪੱਕਾ ਭੋਜਨ ਮਿਲ ਜਾਏ ਤਾਂ ਮੈਂ ਵਰਤ ਤੋੜ ਲਵਾਂ। ਇੰਜ ਸੋਚ ਹੀ ਰਿਹਾ ਸੀ ਤਾਂ ਕ੍ਰਿਸ਼ਨ ਜੀ ਨੇ ਕੜਾਹ, ਪੂੜੀਆਂ, ਕਚੌਰੀ, ਲੱਡੂ ਆਦਿਕ ਪੱਕਾ ਭੋਜਨ ਯਾਨੀ ਤਲਿਆ ਹੋਇਆ ਮਠਿਆਈ ਥਾਲੀ 'ਚ ਪਰੋਸ ਕੇ ਅੱਗੇ ਲਿਆ ਕੇ ਰੱਖ ਦਿੱਤਾ। ਇਸ ਵਿਸਮਾਦ ਕੌਤਕ ਨੂੰ ਵੇਖ ਕੇ ਮਾਈ ਦਾਸ ਨੇ ਦਿਲ 'ਚ ਵਿਚਾਰਿਆ, ਮਨਾ ਇੰਨੇ ਭਿਆਨਕ ਜੰਗਲ ਜਿੱਥੇ ਦੂਰ ਦਰਾਡੇ ਕੋਈ ਮਨੁੱਖ ਦ੍ਰਿਸ਼ਟੀ ਨਹੀਂ ਆਉਂਦਾ, ਉੱਥੇ ਪਹਿਲਾਂ ਕੱਚਾ ਭੋਜਨ ਆਇਆ ਤੇ ਤਾਜ਼ਾ ਬਿਲਕੁਲ, ਫਿਰ ਮੇਰੇ ਸੰਕਲਪ ਅਨੁਸਾਰ ਪੱਕਾ ਭੋਜਨ ਆ ਗਿਆ। ਇਹ ਕਿਸੇ ਬੰਦੇ ਦਾ ਕੰਮ ਨਹੀਂ, ਇਹ ਕ੍ਰਿਸ਼ਨ ਭਗਵਾਨ ਜੀ ਆਪ ਹੀ ਕੌਤਕ ਕਰ ਰਹੇ ਨੇ। ਉਸ ਵੇਲੇ ਬੜੀ ਨਿਮਰਤਾ ਦੇ ਸਹਿਤ ਦੋਵੇਂ ਹੱਥ ਜੋੜ ਕੇ ਬੇਨਤੀਆਂ ਕਰਨ ਲੱਗਾ ਕਿ ਇਹ ਭਗਵਾਨ ਕ੍ਰਿਸ਼ਨ ਜੀ ਮਹਾਰਾਜ, ਇੱਕ ਵਾਰ ਮੈਨੂੰ ਪ੍ਰਤੱਖ ਸਰਗੁਣ ਸਰੂਪ 'ਚ ਦਰਸ਼ਨ ਦੀਦਾਰ ਬਖਸ਼ ਦੇਵੋ। ਇਹ ਗੱਲ ਸੁਣ ਕੇ ਕ੍ਰਿਸ਼ਨ ਜੀ ਨੇ ਆਕਾਸ਼ ਬਾਣੀ ਦੁਆਰਾ ਕਿਹਾ ਕਿ ਮੇਰਾ ਦੀਦਾਰ ਤੈਨੂੰ ਸ੍ਰੀ ਗੋਇੰਦਵਾਲ ਸਾਹਿਬ ਹੋਣਾ ਸੀਗਾ, ਜਿੱਥੋਂ ਹੋਣਾ ਸੀ ਉੱਥੋਂ ਤੂੰ ਭੱਜ ਆਇਆ, ਇੱਥੇ ਨਹੀਂ ਹੋਣ ਲੱਗਾ, ਨਾ ਹੀ ਤੇਰੀ ਮੁਕਤੀ ਹੋਣੀ ਹੈ। ਇਸ ਲਈ ਹੁਣ ਤੂੰ ਆਪਣੇ ਪ੍ਰਾਣਾਂ ਦੀ ਰਕਸ਼ਾ ਲਈ ਇਹ ਭੋਜਨ ਮੇਰਾ ਦਿੱਤਾ ਤੂੰ ਖਾ ਲਾ ਤੇ ਵਾਪਸ ਗੋਇੰਦਵਾਲ ਸਾਹਿਬ ਚਲਿਆ ਜਾ, ਉੱਥੋਂ ਤੈਨੂੰ ਮੇਰੇ ਦਰਸ਼ਨ ਹੋਣਗੇ। ਇੰਨੇ ਬਚਨ ਆਕਾਸ਼ ਬਾਣੀ ਦੁਆਰਾ ਆ ਕੇ ਕ੍ਰਿਸ਼ਨ ਜੀ ਚਲੇ ਗਏ ਤੇ ਮਾਈ ਦਾਸ ਪੁੱਠੇ ਪੈਰੀਂ ਵਾਪਸ ਚੱਲਦਾ ਹੋਇਆ ਸ੍ਰੀ ਗੋਇੰਦਵਾਲ ਸਾਹਿਬ ਪੁੱਜਿਆ। ਜਦ ਸਾਰੇ ਸੰਸਿਆਂ ਤੇ ਸੰਜਮਾਂ ਨੂੰ ਛੱਡ ਕੇ ਗੁਰੂ ਕੇ ਲੰਗਰ ਵਿੱਚੋਂ ਪ੍ਰਸ਼ਾਦਾ ਛਕ ਕੇ ਗੁਰੂ ਜੀ ਦੇ ਦਰਸ਼ਨਾਂ ਨੂੰ ਦਰਬਾਰ ਵਿੱਚ ਪਹੁੰਚਿਆ ਤਾਂ ਗੁਰੂ ਸਾਹਿਬ ਜੀ ਦੇ ਕ੍ਰਿਸ਼ਨ ਰੂਪ ਦੇ ਵਿੱਚ ਦਰਸ਼ਨ ਵੇਖ ਕੇ ਤੇਜ ਪ੍ਰਤਾਪ ਨਾ ਸਹਾਰ ਸਕਿਆ, ਬੇਹੋਸ਼ ਹੋ ਕੇ ਡਿੱਗ ਪਿਆ। ਜਦ ਡਿੱਗਿਆ ਤਾਂ ਸਤਿਗੁਰਾਂ ਨੇ ਆਪਣੇ ਚਰਨ ਛੁਹਾ ਕੇ ਮਾਈ ਦਾਸ ਨੂੰ ਹੋਸ਼ ਵਿੱਚ ਲਿਆ ਕੇ ਬ੍ਰਹਮ ਗਿਆਨ ਬਖਸ਼ਿਆ ਤੇ ਪਾਵਨ ਸ਼ਲੋਕ ਉਚਾਰਨ ਕਰਕੇ ਮਾਈ ਦਾਸ ਨੂੰ ਅਭਿਆਗਤ ਦੀ ਪਰਿਭਾਸ਼ਾ ਦੱਸਦਿਆਂ ਇਹ ਉਪਦੇਸ਼ ਦੇਣਾ ਕੀਤਾ ਹੈ। ਜਥੇ ਦੀ ਇਹ ਮਰਯਾਦਾ ਹੈ ਕਿ ਜਾਣਦੇ ਖੁਦ ਆਪ ਦਾ ਲੰਗਰ ਆਪ ਤਿਆਰ ਕਰੋ, ਤੇ ਜੇ ਬਣਿਆ ਬਣਾਇਆ ਛਕਣਾ ਹੈ ਤੇ ਫਿਰ ਸ਼ੰਕਾ ਨਾ ਕਰੋ। ਗੁਰ ਪ੍ਰਸਾਦ ਭਰਮ ਕੋ ਨਾਸ ਸ਼ਲੋਕ ਪੜ੍ਹ ਕੇ ਵੱਧ ਤੋਂ ਵੱਧ ਭੋਗ ਲਵਾ ਕੇ ਛਕ ਲਵੋ, ਜਾਂ ਦੇ ਆਪ ਬਣਾ ਕੇ ਖਾਓ ਜਾਂ ਗਲਤੀਆਂ ਨਾ ਕੱਢੋ। ਤੇ ਗੁਰੂ ਕੇ ਲੰਗਰ ਦੇ ਵਿੱਚ ਕਈਆਂ ਛਾਪਾਂ ਵੀ ਪਾਈਆਂ ਹੁੰਦੀਆਂ ਛੱਲੇ। ਪਹਿਲਾਂ ਤਾਂ ਬੜਾ ਸੋਚੀਦਾ ਸੀਗਾ
ਕਾਲੀਏ ਜਿਹੜੇ ਪ੍ਰਸ਼ਾਦ ਵਰਤਾਉਣ ਵਾਲੇ ਉਹ ਗਰਿੱਲਾਂ ਨੂੰ ਵੀ ਹੱਥ ਲਾਈ ਜਾਂਦੇ, ਪੁੰਝੀ ਜਾਂਦੇ। ਉਸੇ ਤਰ੍ਹਾਂ ਹੀ ਇੱਧਰ ਉੱਧਰ ਹੱਥ ਲਾਈ ਜਾਂਦੇ, ਘੜੀਆਂ ਸਵਾਰੀ ਜਾਂਦੇ। ਉਹ ਕਈ ਵਾਰ ਸੋਚੀਦਾ ਮਨਾ ਵੀ ਛੱਡੋ ਖੜਾ, ਝੂਠੇ ਹੱਥ ਲਾਉਂਦੇ। ਫਿਰ ਮਨ ਵਿੱਚ ਸੋਚ ਆਉਂਦੀ ਵੀ ਜਦੋਂ ਬੁਖਾਰ ਚੜ੍ਹਦਾ ਤਾਂ ਦਵਾਈ ਵੀ ਤਾਂ ਖਾਈ ਦੀ ਹੋਈ ਆ, ਉਹ ਕਿਹੜਾ ਖੁਦ ਅਸੀਂ ਆਪ ਬਣਾਈ ਆ। ਇਹ ਤਾਂ ਕਿਸ ਤਰ੍ਹਾਂ ਦੇ ਹੱਥ ਲੱਗੇ ਨੇ। ਕਹਿੰਦੇ ਕਬੂਤਰਾਂ ਦੀਆਂ ਬਿੱਠਾਂ ਵੀ ਪੈਂਦੀਆਂ, ਰੱਬ ਹੀ ਜਾਣਦਾ। ਆ ਜਿਹੜੀਆਂ ਗੋਲੀਆਂ ਗਾਲੀਆਂ ਨੇ ਇਹਨਾਂ 'ਚ ਬੜਾ ਕੁਛ ਹੁੰਦਾ ਹੈ। ਤੇ ਆ ਪੀਣ ਵਾਲੀ ਦਵਾਈ ਤਾਂ ਬਿਲਕੁਲ ਹੀ ਅਵੋਇਡ ਆਪਾਂ ਕਰਦੇ ਹਾਂ। ਉਹਦੇ 'ਚ ਤੇ ਕਹਿੰਦੇ ਉਹ ਅਲਕੋਹਲ ਵੀ ਹੁੰਦਾ ਹੈ। ਉਹ ਦਵਾਈ ਆ, ਬਿਮਾਰ ਹੋਇਆ ਬੰਦਾ ਕੁਛ ਨਾ ਕੁਛ ਤਾਂ ਖਾਊਗਾ ਤਾਂ ਹੀ ਉੱਠੂਗਾ। ਤਾਂ ਉਹ ਦਵਾਈ ਵੀ ਤਾਂ ਖਾਣੀ ਹੈ। ਜੇ ਦਵਾਈ ਸਮਝ ਕੇ ਮਾਰੇ ਤਾਂ ਪ੍ਰਸ਼ਾਦ ਛਕ ਲਓ, ਮੱਥਾ ਟੇਕ। ਮੈਂ ਤਾਂ ਹੁਣ ਭੁੰਜੇ ਚੁੱਕ ਕੇ ਵੀ ਖਾ ਲੈਂਦਾ, ਮਿੱਟੀ ਲੱਗੀ ਵੀ ਹੋਵੇ ਤਾਂ ਵੀ ਚੁੱਕ ਕੇ ਮੂੰਹ 'ਚ ਪਾ ਲਈਦਾ ਵੀ ਗੁਰੂ ਸਾਹਿਬ ਦਾ ਪ੍ਰਸ਼ਾਦ ਕਦੀ ਝੂਠਾ ਨਹੀਂ ਹੁੰਦਾ। ਜਿਹਦਾ ਹੱਥ ਝੂਠਾ ਹੈ ਜਾਂ ਧਰਤੀ ਝੂਠੀ ਹੈ ਤੇ ਉਹਦੇ ਆਪ ਦਾ ਕੋਈ ਗੁਨਾਹ ਹੋਊਗਾ, ਪਰ ਪ੍ਰਸ਼ਾਦ ਨਹੀਂ ਝੂਠਾ ਹੋਇਆ। ਸਾਡੇ ਪੰਜਾਂ ਪਿਆਰਿਆਂ 'ਚ ਇੱਕ ਸਿੰਘ ਲੱਗਦਾ ਹੁੰਦਾ ਸੀਗਾ, ਉਹਦਾ ਨਾਂ ਰੱਖਿਆ ਸੀ ਚੌਪਾ ਸਿੰਘ। ਉਹਨੂੰ ਪਹਿਲੀ ਵਾਰ ਪੁੱਛਿਆ ਵੀ ਕਿਹੜੀ ਬਾਣੀ ਪੜ੍ਹੇਗਾ, ਉਹਨੇ ਚੌਪਈ ਦੀ ਬਜਾਏ ਕਹਿੰਦਾ ਚੌਪਾ। ਉਹਦਾ ਨਾਂ ਹੀ ਚੌਪਾ ਸਿੰਘ ਰੱਖਤਾ। ਇੱਕ ਵਾਰ ਹੇਠਾਂ ਪ੍ਰਸ਼ਾਦਾ ਡਿੱਗਾ ਤੇ ਉਹਨੇ ਚੁੱਕ ਕੇ ਝਾੜ ਕੇ ਤੇ ਛਕਣਾ ਸ਼ੁਰੂ ਕਰ ਦਿੱਤਾ। ਤੇ ਮੈਂ ਉਹਨੂੰ ਆਖਿਆ, ਮੈਂ ਕਿਹਾ ਵੀ ਤੂੰ ਪੰਜਾਂ ਪਿਆਰਿਆਂ 'ਚ ਲੱਗਣ ਵਾਲਾ ਸਿੰਘ, ਇੰਨੀ ਮਰਜ਼ਾਦਾ ਰੱਖਦੇ ਨੇ ਸਿੰਘ, ਤੇ ਤੂੰ ਪੁੰਜੋਂ ਚੁੱਕ ਕੇ ਖਾ ਰਿਹਾ ਓਏ। ਕਹਿੰਦਾ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਤੁਹਾਨੂੰ ਨਹੀਂ ਪਤਾ ਵੀ ਪ੍ਰਸ਼ਾਦੇ ਦੀ ਕੀਮਤ ਕਿੰਨੀ ਹੈ? ਕਹਿੰਦਾ ਮੈਂ ਟਰੱਕਾਂ ਵਾਲਿਆਂ ਨਾਲ ਰਿਹਾ, ਇਹਨਾਂ ਰੋਟੀਆਂ ਨੂੰ ਤਰਸੀਦਾ ਸੀਗਾ। ਇੱਧਰ ਬੰਗਾਲ, ਬਿਹਾਰ, ਕਲਕੱਤਾ, ਇੱਧਰਲੇ ਪਾਸੇ ਦੂਰ ਦੂਰ ਤੱਕ ਟਰੱਕ ਜਾਂਦੇ ਨੇ ਤੇ ਮੀਲਾਂ ਦੇ ਮੀਲ ਟਰੱਕਾਂ ਨੇ ਚੱਲਦੇ ਜਾਣਾ, ਕੋਈ ਢਾਬਾ ਨਹੀਂ ਹੋਣਾ ਪੰਜਾਬੀਆਂ ਦਾ। ਰੋਟੀ ਨਸੀਬ ਨਾ ਹੋਣੀ, ਭੁੱਖੇ ਮਰਦੇ ਰਹਿਣਾ, ਤਰਸਦੇ ਰਹਿਣਾ, ਅਰਦਾਸ ਕਰਦੇ ਰਹਿਣਾ ਵੀ ਰੱਬ ਸੱਚਾ ਖਾਣ ਨੂੰ ਦੇ, ਨਾ ਪੀਣ ਨੂੰ ਪਾਣੀ ਤੇ ਨਾ ਖਾਣ ਨੂੰ ਰੋਟੀ। ਤੇ ਜੇ ਮਹਾਰਾਜ ਨੇ ਦਿੱਤੀ ਹੈ ਭੁੰਜੇ ਡਿੱਗ ਵੀ ਫਿਰ ਕੀ ਹੋਇਆ? ਗੁਰੂ ਕਾ ਲੰਗਰ ਤੇ ਪਵਿੱਤਰ ਹੈ, ਵਰਤਾਵੇ ਨੂੰ ਚਾਹੀਦਾ ਵੀ ਉਹ ਧਿਆਨ ਦੇ ਨਾਲ ਵਰਤਾਵੇ। ਵਰਤਾਵੇ ਦਾ ਗੁਨਾਹ ਹੈ। ਕਿਸੇ ਖਾਣ ਵਾਲੇ ਨੇ ਜੇ ਇੱਕ ਰੋਟੀ ਖਾਣੀ ਆ, ਜੇ ਭੁੰਜੇ ਸੁੱਟਤੀ, ਦੱਸੋ ਕੀ ਫਾਇਦਾ ਹੋਇਆ? ਇਹਦੇ ਨੂੰ ਬੰਦਾ ਨਾ ਹੀ ਸੇਵਾ ਕਰੇ। ਜੇ ਛਾਪਾਂ ਛੱਲੇ, ਕੜੇ ਚੂੜੀਆਂ ਨਹੀਂ ਲਾਉਣੀਆਂ, ਆਪਦੇ ਘਰ ਪਕਾਈ ਜਾਵੇ, ਬੱਚਿਆਂ ਨੂੰ ਖਵਾਈ ਜਾਏ। ਗੁਰੂ ਕੇ ਲੰਗਰ 'ਚ ਕਿਉਂ ਬੇਅਦਬੀ ਕਰ ਰਿਹਾ? ਮਹਾਰਾਜ ਜੀ ਮਰਜ਼ਾਦਾ ਕਿਉਂ ਨਹੀਂ ਰੱਖਦਾ? ਜੇ ਗੁਰੂ ਦੀ ਗੱਲ ਨਹੀਂ ਮੰਨਣੀ ਤਾਂ ਫਿਰ ਫਾਇਦਾ ਕੀ ਹੋਇਆ ਸੇਵਾ ਦਾ? ਇਹ ਗੁਨਾਹ ਉਸ ਬੰਦੇ ਨੂੰ ਹੈ ਜਿਹਨੇ ਰੋਟੀ ਸੁੱਟੀ ਆ ਜਾਂ ਆਪਦੇ ਹੱਥਾਂ ਨੂੰ ਚੰਗੀ ਤਰ੍ਹਾਂ ਸਵਾਰਿਆ ਨਹੀਂ। ਇੱਕ ਵਾਰ ਮੈਨੂੰ ਯਾਦ ਹੈ ਵੀ ਮੈਂ ਲੰਗਰ ਵਰਤਾ ਰਿਹਾ ਸੀਗਾ, ਮੈਨੂੰ ਪਤਾ ਨਹੀਂ ਸੀਗਾ। ਨਿਆਣਿਆਂ ਨੂੰ ਸਮਝ ਵੀ ਨਹੀਂ ਹੁੰਦੀ, ਨਾ ਦਾੜੀ ਨਾ ਮੁੱਛ, ਉਮਰ ਨਿਆਣੀ ਸੀਗੀ। ਮਹਾਂਪੁਰਖ ਮੇਰੀ ਪਿੱਠ ਪਿੱਛੇ ਨਾਲ ਨਾਲ, ਮੇਰਾ ਧਿਆਨ ਵਰਤਾਉਣ ਦੇ ਵਿੱਚ। ਸਿੰਘ ਨੇ ਹੱਥ ਕੀਤਾ ਤੇ ਮੈਂ ਪ੍ਰਸ਼ਾਦਾ ਠਾਹ ਕਰਕੇ ਵਗਾਤਾ ਮਾਰਿਆ। ਜਿਹੜਾ ਉੱਪਰਲਾ ਪਾਸਾ ਸੀਗਾ ਉਹ ਮੈਨੂੰ ਦੇਖ ਰਿਹਾ ਸੀਗਾ, ਉੱਪਰੋਂ ਮੈਂ ਚੁੱਕਿਆ ਤੇ ਠਾਹ ਕਰਕੇ ਉਹਦੇ ਹੱਥ ਤੇ ਮਾਰਿਆ। ਮਹਾਂਪੁਰਖਾਂ ਮੈਨੂੰ ਮੋਢੇ ਤੋਂ ਫੜਿਆ। ਮੈਂ ਤਾਂ ਵਰਤਾਉਂਦਾ ਅੱਗੇ ਚਲਾ ਗਿਆ, ਪਿੱਛਾ ਭੌਂਕੇ ਵੇਖਿਆ ਤੱਕ ਨਹੀਂ। ਬਾਬਾ ਠਾਕੁਰ ਸਿੰਘ ਸਾਹਿਬ ਖਾਲਸਾ ਜੀ ਦੀ ਮੈਂ ਗੱਲ ਸੁਣਾ ਰਿਹਾ। ਬਜ਼ੁਰਗ ਬਾਬਾ ਜੀ ਕਹਿੰਦੇ, ਸਿੰਘਾ ਲਿਆ ਬਈ ਮੈਨੂੰ ਪ੍ਰਸ਼ਾਦਾ ਦੇ ਦੇ। ਮੈਨੂੰ ਕਹਿੰਦੇ ਇੱਧਰ ਵੇਖ, ਆ ਤੂੰ ਦਿੱਤਾ? ਮੈਂ ਕਿਹਾ ਜੀ ਹਾਂ। ਕਹਿੰਦੇ ਸੜਿਆ ਪ੍ਰਸ਼ਾਦਾ ਹੈ। ਆਪਾਂ ਕਹਿੰਦੇ ਤਾਂ ਹਾਂ ਝੂਠ ਨਹੀਂ ਛੱਡਣੀ। ਤੇ ਜੇ ਮੁੱਠ ਭਰ ਕੇ ਮਿਰਚ ਸੁੱਟੀ ਹੋਊਗੀ, ਖਾਣ ਵਾਲਾ ਕੀ ਕਰੂਗਾ? ਨੱਕ 'ਚੋਂ ਪਾਣੀ, ਮੂੰਹ 'ਚੋਂ ਪਾਣੀ, ਸਾਥੋਂ ਤਾਂ ਖਾਧਾ ਨਹੀਂ ਜਾਂਦਾ। ਉੱਥੇ ਫਿਰ ਗੁਰੂ ਕਾ ਲੰਗਰ ਥੋੜ੍ਹਾ ਹੋਇਆ। ਆਪਦਾ ਸਰੀਰ ਵੀ ਅਗਲੇ ਨੇ ਵੇਖਣਾ। ਪਾਣੀ ਦੀ ਘੁੱਟ ਪਿਉਣੀ ਨਹੀਂ, ਕਹਿਣਾ ਇਹਨੂੰ ਝੂਠ ਨੂੰ ਖਾ, ਛੱਡਣੀ ਨਹੀਂ। ਬੰਦਾ ਕੀ ਕਰੂਗਾ? ਜਾਂ ਤਾਂ ਜੇਬ 'ਚ ਵੀ ਨਹੀਂ ਪਾਉਣ ਜੋਗਾ, ਹੱਥ 'ਚ ਫੜ ਕੇ ਘਰ ਨੂੰ ਲਿਜਾਊਗਾ ਵੀ ਚਲੋ ਬਾਅਦ 'ਚ ਔਖੇ ਸੌਖੇ ਖਾ ਲਾਂਗੇ, ਜਾਂ ਫਿਰ ਸੁੱਟੂਗਾ। ਗੁਨਾਹ ਤਾਂ ਬਣਾਉਣ ਵਾਲੇ ਦਾ ਤੇ ਵਰਤਾਉਣ ਵਾਲੇ ਦਾ। ਅਗਲੇ ਨੇ ਮੰਗਿਆ ਕਿ ਚਮਚਾ ਭਰ ਕੇ ਪਾਤੀ ਕੜਛੀ, ਦੱਸੋ ਗਲਤੀ ਕਿਹਦੀ ਹੈ? ਅਗਲੇ ਦੀ ਤਾਂ ਸ਼ਰਧਾ ਹੈ, ਫਿਰ ਗੁਨਾਹ ਕਿਹਨੂੰ ਲੱਗਾ? ਮੈਨੂੰ ਕਹਿੰਦੇ ਵੀ ਜਿਸ ਨੇ ਇੱਕ ਪ੍ਰਸ਼ਾਦਾ ਛਕਣਾ ਹੋਵੇ ਤੇ ਤੂੰ ਉਹਨੂੰ ਸੜਿਆ ਦੇਤਾ, ਉਹ ਕੀ ਕਰੂਗਾ? ਨਾ ਸੁੱਟਣ ਜੋਗਾ ਨਾ ਖਾਣ ਜੋਗਾ। ਪ੍ਰਸ਼ਾਦਾ ਵੇਖ ਕੇ ਦਈਦਾ। ਤੇ ਦੋਵਾਂ
ਪਾਸਿਆਂ ਤੋਂ ਫੜ ਕੇ ਬੜੇ ਪਿਆਰ ਦੇ ਨਾਲ ਅਗਲੇ ਦੇ ਹੱਥ ਤੇ ਰੱਖੀਦਾ, ਕਿਉਂਕਿ ਘਰੋਂ ਬੰਦਾ ਸੇਵਾ ਕਰਨ ਆਇਆ, ਜੇ ਗੁੱਸੇ ਜੀ ਕਰਦਾ ਰਿਹਾ ਫਿਰ ਫਾਇਦਾ ਕੀ ਹੋਇਆ, ਲਾਭ ਤਾਂ ਨਾ ਕੋਈ ਹੋਇਆ। ਸੇਵਾ ਦਾ ਲਾਭ ਤਾਂ ਪਿਆਰ ਦੇ ਨਾਲ, ਸ਼ਰਧਾ ਦੇ ਨਾਲ ਲੈਣਾ। ਇੱਕ ਪਾਸੇ ਆਪਾਂ ਸੇਵਾ ਕਰਦੇ ਹਾਂ, ਇੱਕ ਪਾਸੇ ਗੁੱਸਾ ਕਰਦੇ ਹਾਂ, ਜਾਂ ਤਾਂ ਸੇਵਾ ਨਾ ਕਰੀਏ ਜਾਂ ਗੁੱਸਾ ਛੱਡ ਦਈਏ, ਕੰਮ ਤਾਂ ਇੱਕੋ ਹੀ ਹੋਣਾ ਚਾਹੀਦਾ, ਕਿਉਂਕਿ ਲਾਭ ਇੱਕ ਪਾਸੇ ਦਾ ਹੈ। ਤੇ ਇਸ ਵਾਸਤੇ ਗੁਰੂ ਸਾਹਿਬ ਦੀ ਕਿਰਪਾ ਹੋਵੇ, ਜਿੱਥੇ ਲੰਗਰ ਹੈ ਉੱਥੇ ਗੁਰੂ ਦੀ ਮਰਜ਼ਾਦਾ ਵੀ ਹੈ। ਤੋ ਸ਼ਰਧਾ ਭਾਵਨਾ ਸੰਗਤਾਂ ਦੀ ਵੀ ਹੋਣੀ ਚਾਹੀਦੀ ਹੈ। ਅੰਬ ਸਾਹਿਬ ਮੈਂ ਲੰਗਰ ਦੇ ਵਿੱਚ ਲਿਖਿਆ ਪੜ੍ਹਿਆ, ਤੇ ਕੋਈ ਗੱਲ ਮਨ 'ਚ ਘਰ ਕਰ ਜਾਏ ਉਹ ਸਾਰੀ ਉਮਰ ਨਹੀਂ ਭੁੱਲਦੀ। ਝੂਠ ਤਾਂ ਛੱਡਣੀ ਮਹਾ ਪਾਪ ਹੈ। ਉੱਥੇ ਲੰਗਰ 'ਚ ਲਿਖਿਆ ਹੋਇਆ, ਗੁਰਦੁਆਰਾ ਅੰਬ ਸਾਹਿਬ ਤੁਸੀਂ ਕਿਤੇ ਗਏ ਪੜ੍ਹਿਓ, ਉੱਥੇ ਲਿਖਿਆ ਵੀ ਪਾਣੀ ਵੀ ਝੂਠਾ ਨਾ ਛੱਡੋ, ਕਿਉਂਕਿ ਪਾਣੀ ਦੀ ਵੀ ਬਹੁਤ ਬੜੀ ਕੀਮਤ ਹੈ। ਮਤਲਬ ਪਹਿਲਾ ਪਾਣੀ ਜੀਓ ਹੈ, ਜਲ ਵੀ ਉਹਨੂੰ ਛਕਣ ਦੇ ਨਾਲ ਜਿਹੜੀਆਂ ਅੱਖਾਂ ਨੇ ਉਹ ਸੁਹਾਵਣੀਆਂ ਹੁੰਦੀਆਂ, ਚਿਹਰੇ 'ਤੇ ਰੌਣਕ ਆਉਂਦੀ ਹੈ। ਇਸ ਲਈ ਜਲ ਵੀ ਓਨਾ ਪਾਓ ਜਿੰਨਾ ਆਪ ਨੂੰ ਲੋੜ ਹੈ। ਤੋ ਇਸ ਤਰੀਕੇ ਦੇ ਨਾਲ ਇਹ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਘਰ ਦੀ ਮਰਜ਼ਾਦਾ ਹੈ। ਗੁਰੂ ਸਾਹਿਬ ਦੀ ਕਿਰਪਾ ਹੋਵੇ, ਸਾਡੀ ਸ਼ਰਧਾ ਭਾਵਨਾ ਹੋਵੇ। ਤੋ ਗੁਰੂ ਕੇ ਲੰਗਰ ਵਿੱਚੋਂ ਕਈ ਮਨ ਵਿੱਚ ਆਪਾਂ ਮਾਣ ਕਰਦੇ ਹਾਂ ਕਿ ਅਸੀਂ ਆਪ ਦੀ ਕਿਰਤ ਦਾ ਛਕਦੇ ਹਾਂ ਜੀ, ਅਤੇ ਆਪਾਂ ਤਾਂ ਗੁਰਦੁਆਰਿਓਂ ਨਹੀਂ ਖਾਂਦੇ ਹਾਂ। ਦੂਜਾ ਤਾਂ ਪੂਜਾ ਦਾ ਧਾਨ ਛਕਦਾ ਹੈ ਜੀ। ਪੂਜਾ ਦਾ ਧਾਨ ਉਸ ਵਾਸਤੇ ਹੈ ਜਿਹੜਾ ਬਾਣੀ ਨਹੀਂ ਪੜ੍ਹਦਾ ਅਤੇ ਸੇਵਾ ਨਹੀਂ ਕਰਦਾ। ਜਿਹੜਾ ਛਕ ਕੇ ਜਪਜੀ ਸਾਹਿਬ ਦਾ ਪਾਠ ਕਰਦਾ ਜਾਂ ਸੇਵਾ ਕਰਕੇ ਛਕਦਾ ਉਹਦੇ ਵਾਸਤੇ ਪ੍ਰਸ਼ਾਦ ਹੈ। ਜਿਹੜਾ ਅੰਮ੍ਰਿਤ ਜਾਣ ਕੇ ਛਕਦਾ ਉਹਦਾ ਮਨ ਪਵਿੱਤਰ ਹੁੰਦਾ ਹੈ। ਇੱਕ ਪ੍ਰੇਮੀ ਜਿਨ੍ਹਾਂ ਦੀ ਪੈਲੀ ਵਿੱਚ ਟਾਹਲੀ ਦਾ ਦਰਖਤ ਸੀਗਾ ਅਤੇ ਕੋਈ ਵੱਢਦਾ ਨਹੀਂ ਸੀਗਾ, ਉਹਨੇ ਬਿਨਾਂ ਹੀ ਅਰਦਾਸ ਕਰਨ ਤੋਂ, ਬਿਨਾਂ ਹੀ ਪ੍ਰਸ਼ਾਦ ਨੂੰ ਭੋਗ ਲਵਾਉਣ ਤੋਂ ਵੱਢਤਾ। ਉਹ ਕੋਈ ਬਦਬਲਾ ਸੀਗੀ, ਰੱਬ ਜਾਣੇ ਕੌਣ ਸੀਗਾ। ਉਹ ਨਿਆਣੇ 'ਤੇ ਭਾਰੂ ਪੈ ਗਿਆ ਕੰਮ, ਨਿਆਣਾ ਬੋਲਣਾ ਵੀ ਬੰਦ ਕਰ ਦਿੱਤਾ ਅਤੇ ਉਹਨੇ ਖਾਣਾ ਵੀ ਛੱਡਤਾ ਸੀ। ਉਹ ਪਿੰਡਾਂ ਵਾਲੇ ਸੰਤਾਂ ਦਾ ਸ਼ਰਧਾਲੂ, ਗੁਰਦੁਆਰਾ ਸ੍ਰੀ ਚਰਨ ਕਮਲ ਮਾਛੀਵਾੜਾ ਸਾਹਿਬ ਦੇ ਬਿਲਕੁਲ ਸਾਹਮਣੇ ਅੱਜ ਵੀ ਤੁਸੀਂ ਜਾ ਕੇ, ਛੋਟੇ ਜਿਹੇ ਕੱਦ ਦਾ ਗੁਰਮੁਖ ਬਜ਼ੁਰਗ, ਉਹਦਾ ਸ਼ੋਰੂਮ ਹੈ, ਪਿਛਲੇ ਪਾਸੇ ਘਰ ਹੈ। ਅਤੇ ਉਦੋਂ ਘਰ ਪੈਲੀਆਂ ਸੀਗਾ। ਉਹ ਆਪਦੇ ਬੱਚੇ ਨੂੰ ਮੱਥਾ ਟਿਕਾਉਣ ਵਾਸਤੇ ਲੈ ਕੇ ਆਇਆ ਵੀ ਚਲੋ ਬਾਬਾ ਜੀ ਨੂੰ ਬੇਨਤੀ ਕਰਦੇ ਹਾਂ। ਮਹਾਂਪੁਰ ਗੇਟ 'ਤੇ ਖੜੇ ਸਨ, ਸਮਝ ਲਓ ਜਿਵੇਂ ਉਸ ਨੂੰ ਉਡੀਕਦੇ ਹੋਣ। ਅਤੇ ਉਹਨਾਂ ਆ ਕੇ ਫਤਿਹ ਬੁਲਾਈ, ਮੱਥਾ ਟੇਕਿਆ, ਬੱਚੇ ਨੂੰ ਦਰਸ਼ਨ ਕਰਾਏ। ਕਹਿੰਦੇ ਹਾਂਜੀ ਦੱਸੋ ਕਿਵੇਂ ਆਏ। ਕਹਿੰਦੇ ਜੀ ਆ ਬੱਚੇ ਨੂੰ ਕੋਈ ਔਰ ਹੋ ਗਈ ਹੈ, ਇਹਨੇ ਖਾਣਾ ਪੀਣਾ ਛੱਡਤਾ ਅਤੇ ਬੋਲਣਾ ਛੱਡਤਾ, ਅਤੇ ਇੰਝ ਮੇਰੇ ਕੋਲੋਂ ਗਲਤੀ ਹੋਈ ਹੈ, ਮੈਂ ਕੋਈ ਦਰਖਤ ਬਿਨਾਂ ਅਰਦਾਸ ਤੋਂ ਵੱਢਿਆ ਸੀ। ਮਹਾਂਪੁਰ ਕਹਿਣ ਲੱਗੇ ਵੀ ਕਿਸੇ ਨਾਲ ਮੱਥਾ ਨਹੀਂ ਲਾਈਦਾ, ਤੋ ਇਸ ਵਾਸਤੇ ਇੰਝ ਕਰੋ, ਜਾ ਕੇ ਗੁਰਦੁਆਰਾ ਸਾਹਿਬ ਮੱਥਾ ਟੇਕੋ ਅਤੇ ਬੱਚੇ ਨੂੰ ਲੰਗਰ ਛਕਾਓ, ਆਪ ਵੀ ਛਕੋ, ਲੰਗਰ ਪਹਿਲਾਂ ਛਕੋ, ਫਿਰ ਆਪਾਂ ਗੱਲ ਕਰਦੇ ਹਾਂ। ਅਤੇ ਜਦੋਂ ਲੰਗਰ 'ਚ ਗਏ, ਉਹ ਬੱਚੇ ਨੇ ਸਤਿਨਾਮ ਵਾਹਿਗੁਰੂ ਕਹਿ ਕੇ ਬੁਰਕੀ ਮੂੰਹ 'ਚ ਪਾ ਲਈ। ਗੁਰੂ ਕਾ ਲੰਗਰ ਸਮਝ ਲਓ ਅੰਮ੍ਰਿਤ ਰੂਪ ਦਵਾਈ ਰੂਪ ਹੋ ਕੇ ਉਹਨੂੰ ਲੱਗਾ, ਅਤੇ ਸਾਰੀ ਬਿਮਾਰੀ ਸਭ ਬਦਬਲਾ ਖਤਮ ਹੋ ਗਈ। ਤੋ ਇੰਝ ਮਹਾਰਾਜ ਦੇ ਘਰ ਦਾ ਜੋ ਪ੍ਰਸ਼ਾਦ ਹੈ, ਗੁਰੂ ਕੇ ਲੰਗਰ ਦਾ ਪ੍ਰਸ਼ਾਦਾ ਹੈ, ਇਹ ਅੰਮ੍ਰਿਤ ਰੂਪ ਹੈ। ਕਿਉਂਕਿ ਗੁਰੂ ਸਾਹਿਬ ਦੀ ਬਾਣੀ ਪੜ੍ਹਦੇ ਹਾਂ, ਚੰਗੇ ਪੁਰਸ਼ਾਂ ਨੇ ਸੇਵਾ ਕੀਤੀ ਹੁੰਦੀ ਹੈ, ਮੱਥਾ ਟੇਕ ਕੇ ਛਕਣ ਤੋਂ ਮਨ ਤੇ ਤਨ ਉਜਲ ਹੁੰਦਾ। ਸ਼ਲੋਕ ਮਹੱਲਾ ਤੀਜਾ। ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੀ ਬਣ ਆਵੈ। ਤੀਜੇ ਪਾਤਸ਼ਾਹ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ, ਪਵਿੱਤਰ ਪਾਵਨ ਰਾਮਕਲੀ ਦੀ ਪਹਿਲੀ ਵਾਰ ਦਾ ਇਹ ਜੋ ਸਾਧ ਸੰਗਤ ਜੀਓ 6ਵਾਂ ਸ਼ਲੋਕ ਉਚਾਰਨ ਕਰ ਰਹੇ ਹਨ। ਜੋ ਮਾਈ ਦਾਸ ਵੈਸ਼ਨੂੰ ਦੇ ਪ੍ਰਥਾਈ ਉਚਾਰਿਆ ਹੈ, ਆਓ
ਪਿਆਰ ਨਾਲ ਸੁਣੋ ਜੀ। ਹਵੇ ਆਗਾਤੇ ਨਾ ਆਖੀਆ ਨਾ। ਮਾਈ ਦਾਸ ਨੂੰ ਅਭਿਆਗਾਦੀ ਪਰਿਭਾਸ਼ਾ ਦੱਸਦਿਆਂ ਉਪਦੇਸ਼ ਦੇ ਰਹੇ ਹਨ ਕਿ ਇਹੋ ਜਿਹੇ ਪੁਰਖ ਅਤਿਥੀ ਸਾਧੂ ਨਹੀਂ ਕਹੀਦੇ। ਜਿਨ ਕੇ ਚਿਤ ਮਹ ਭਰਮ। ਜਿਨ੍ਹਾਂ ਦੇ ਚਿੱਤ ਹਿਰਦੇ ਵਿੱਚ ਭਰਮ ਭੁਲੇਖਾ ਪਿਆ ਹੋਇਆ ਹੈ। ਤਸ ਦਿੱਤਾ ਨਾਨਕਾ। ਸਤਿਗੁਰੂ ਅਮਰਦਾਸ ਸਾਹਿਬ ਜੀ ਕਥਨ ਕਰਦੇ ਨੇ ਕਿ ਤਿਸ ਦੇ ਤਾਈਂ ਦਿੱਤੇ ਦਾਨ ਦਾ ਸੋ ਦੱਸਦੇ ਹਨ। ਇਹੋ ਜਿਹਾ ਧਰਮ ਉਹ ਜਿਹਾ ਹੀ ਪੁੰਨ ਹੁੰਦਾ ਹੈ। ਭਾਵ ਭਰਮ ਵਾਲੇ ਨੂੰ ਦਾਨ ਦੇਣ ਨਾਲ ਉਸ ਦਾ ਫਲ ਭਰਮ ਹੀ ਪ੍ਰਾਪਤ ਹੁੰਦਾ ਹੈ। ਇੱਕ ਨਗਰ ਵਿੱਚ ਕੋਈ ਮਾਈ ਰਹਿੰਦੀ ਸੀ ਜਿਸ ਦਾ ਸੁਭਾਅ ਬੜਾ ਲਾਲਚੀ ਸੀ। ਇੱਕ ਦਿਨ ਗੁਆਂਢੀਆਂ ਵੱਲੋਂ ਛੰਨਾ ਚੁੱਕ ਲਿਆਈ। ਫਿਰ ਇਹਨੇ ਸੋਚਿਆ ਕਿ ਕਿਸੇ ਨੂੰ ਪਤਾ ਨਾ ਲੱਗ ਜਾਏ, ਇਸ ਲਈ ਮੈਂ ਕਿਸੇ ਸਾਧੂ ਨੂੰ ਘਰ 'ਚ ਲਿਆ ਕੇ ਪ੍ਰਸ਼ਾਦਾ ਛਕਾ ਦਿੰਦੀ ਹਾਂ। ਪ੍ਰਸ਼ਾਦਾ ਛਕਾਉਣ ਨਾਲ ਇੱਕ ਤਾਂ ਪੁੰਨ ਫਲ ਮਿਲੇਗਾ, ਦੂਸਰਾ ਮੇਰਾ ਪਰਦਾ ਟਕਿਆ ਜਾਵੇਗਾ। ਇਉਂ ਸੋਚ ਕੇ ਗਲੀ ਵਿੱਚ ਜਾਂਦੇ ਹੋਏ ਇੱਕ ਸਾਧੂ ਨੂੰ ਆਵਾਜ਼ ਮਾਰੀ, ਜਿਸ ਨੇ ਬਾਹਰੋਂ ਸਾਦਾ ਮੜਾ ਲਿਬਾਸ ਧਾਰਨ ਕੀਤਾ ਹੋਇਆ ਸੀ, ਪਰ ਅੰਦਰੋਂ ਬਹੁਤ ਹੀ ਪਖੰਡੀ ਸੁਭਾਅ ਵਾਲਾ ਸੀ ਅਤੇ ਰਸਾਂ ਕਸਾਂ ਦੇ ਵਿੱਚ ਫਸਿਆ ਹੋਇਆ ਸੀ। ਉਹ ਸਾਧੂ ਅੰਦਰ ਆਇਆ ਅਤੇ ਮਾਈ ਨੇ ਉਸ ਨੂੰ ਛੋਲਿਆਂ ਦੀਆਂ ਬਣੀਆਂ ਰੋਟੀਆਂ ਹੱਥ ਵਿੱਚ ਫੜਾ ਦਿੱਤੀਆਂ ਅਤੇ ਆਪ ਮਕਾਨ ਦੀ ਛੱਤ ਉੱਪਰ ਚੜ੍ਹ ਗਈ। ਇਹ ਸਾਧੂ ਰਸਾਂ ਕਸਾਂ ਵਿੱਚ ਫਸਿਆ ਹੋਇਆ ਸੀ। ਉਸ ਨੂੰ ਸੁੱਕੀਆਂ ਰੋਟੀਆਂ ਚੰਗੀਆਂ ਨਾ ਲੱਗੀਆਂ ਤੇ ਉਹਨੇ ਉਹ ਰੋਟੀਆਂ ਲੈ ਕੇ ਮਾਈ ਕੋਲੋਂ ਕੁੱਤੇ ਨੂੰ ਪਾ ਦਿੱਤੀਆਂ ਅਤੇ ਆਪ ਕਾੜਨੀ ਵਿੱਚੋਂ ਮਲਾਈ ਸਣੇ ਛੰਨਾ ਭਰ ਕੇ ਦੁੱਧ ਪੀ ਲਿਆ। ਉਧਰੋਂ ਮਾਈ ਹੇਠਾਂ ਆਈ। ਇਹਨੇ ਕਿਹਾ ਵੀ ਮਾਈ ਉੱਪਰ ਚੜ੍ਹ ਕੇ ਕੀ ਵੇਖਦੀ ਪਈ ਸੀ। ਉਸ ਮਾਈ ਨੇ ਕਿਹਾ ਕਿ ਮਹਾਤਮਾ ਜੀ, ਮੈਂ ਬਿਬਾਨ ਆਉਂਦਾ ਦੇਖਦੀ ਪਈ ਸੀ। ਮੈਂ ਸੁਣਿਆ ਕਿ ਕਿਸੇ ਸਾਧੂ ਨੂੰ ਪ੍ਰਸ਼ਾਦ ਛਕਾਈਏ ਤਾਂ ਬਿਬਾਨ ਲੈਣ ਵਾਸਤੇ ਆਉਂਦੇ ਨੇ। ਉਸ ਵੇਲੇ ਸਾਧੂ ਨੇ ਕਿਹਾ ਕਿ ਤੇਰੇ ਵਰਗੇ ਸਤੀ ਤੇ ਮੇਰੇ ਵਰਗੇ ਸਾਧ ਵਾਸਤੇ ਤਾਂ ਜ਼ਰੂਰੀ ਬਿਬਾਨ ਆਉਣਗੇ। ਜਿਵੇਂ ਕਿਸੇ ਨੇ ਲਿਖਿਆ, ਅਹਿਰਨ ਦੀ ਚੋਰੀ ਕਰੇ ਸੂਈ ਕਰਦੀ ਦਾਨ, ਕੋਠੇ ਚੜ੍ਹ ਕੇ ਤੱਕਦੀ ਕਿਧਰੋਂ ਹੁਣ ਬਿਬਾਨ। ਸੋ ਇੰਝ ਇਹੋ ਜਿਹਾ ਜਿਹੜਾ ਕੋਈ ਦਾਨ ਕਰਦਾ ਉਹਨੂੰ ਉਸ ਤਰ੍ਹਾਂ ਦਾ ਹੀ ਫਲ ਪ੍ਰਾਪਤ ਹੋਵੇਗਾ। ਅਭੈ ਨਿਰੰਜਨ ਪਰਮ ਪਾਦ। ਜੋ ਡਰ ਤੋਂ ਰਹਿਤ ਸ਼ੁੱਧ ਸਰੂਪ ਅਤੇ ਵੱਡੀ ਪਦਵੀ ਕੇਵਲ ਮੁਕਤੀ ਦੀ ਪਦਵੀ ਵਾਲਾ ਪਰਮੇਸ਼ਰ ਹੈ। ਜਾਂ ਵੱਡੀ ਪਦਵੀ ਜੀਵਨ ਮੁਕਤੀ ਨੂੰ ਦੇਣ ਵਾਲਾ। ਸੋ ਜਿਹੜਾ ਤਾਂ ਜਗਿਆਸੂ ਬਣ ਕੇ ਤਾਂ ਕਾ ਭੁੱਖਾ ਹੋਏ, ਉਸ ਦੀ ਪ੍ਰਾਪਤੀ ਦਾ ਭੁੱਖਾ ਹੋਵੇ। ਪਾਪ ਗੁਰਾਂ ਤੋਂ ਬ੍ਰਹਮ ਵਿਦਿਆ ਰੂਪੀ ਭੋਜਨ ਨੂੰ ਖਾ ਕੇ ਤ੍ਰਿਪਤ ਹੋਣ ਵਾਲਾ ਹੋਵੇ। ਤਿਸ ਕਾ ਭੋਜਨ ਨਾਨਕਾ। ਸਤਿਗੁਰੂ ਅਮਰਦਾਸ ਸਾਹਿਬ ਜੀ ਕਥਨ ਕਰਦੇ ਨੇ ਕਿ ਤਿਸ ਮਹਾਤਮਾ ਦਾ ਭੋਜਨ ਛਕਾਉਣਾ, ਭਾਵ ਮਹਾਤਮਾ ਨੂੰ ਭੋਜਨ ਛਕਾਉਣ ਦੀ ਸੇਵਾ ਕਰਨ ਦਾ ਫਲ ਭਾਗਾਂ ਵਾਲਾ। ਵਿਰਲਾ ਪਾਏ ਕੋਈ ਵਿਰਲਾ ਪੁਰਖ ਹੀ ਪਾਉਂਦਾ ਹੈ। ਇਸੇ ਪ੍ਰਕਾਰ ਤਿਸ ਕਾ ਭੋਜਨ ਨਾਨਕਾ। ਜੋ ਤਿਸ ਪਰਮੇਸ਼ਰ ਦਾ ਬ੍ਰਹਮ ਗਿਆਨ ਰੂਪੀ ਭੋਜਨ ਹੈ। ਵਿਰਲਾ ਪਾਏ ਕੋਈ। ਉਸ ਬ੍ਰਹਮ ਗਿਆਨ ਰੂਪ ਭੋਜਨ ਨੂੰ ਕੋਈ ਵਿਰਲਾ ਪੁਰਖ ਹੀ ਪਾ ਕੇ ਮੁਕਤ ਹੁੰਦਾ ਹੈ। ਮਹਲਾ ਤੀਜਾ। ਧੰਨ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਫਰਮਾਨ ਕਰਦੇ ਹਨ।
ਅਬ ਅਗਾਤੇ ਨਾ ਆਖੀਆਂ ਨਾ। ਇਹੋ ਜਿਹੇ ਲੋਕ ਅਤਿਥੀ ਸਾਧੂ ਨਹੀਂ ਕਹੀਦੇ। ਜੇ ਪਰ ਘਰ ਭੋਜਨ ਕਰੇ ਨਾ। ਜਿਹੜੇ ਇਹੀ ਸੋਚਦੇ ਰਹਿਣ ਵੀ ਪਰੌਂਠੇ ਮਿਲਣ, ਤਲੀਆਂ ਬਲੀਆਂ ਚੀਜ਼ਾਂ ਸਾਨੂੰ ਪ੍ਰਾਪਤ ਹੋਣ, ਤੇ ਅਰਦਾਸਾਂ ਕਰਦੇ ਰਹਿਣ ਪ੍ਰਭ ਇਹ ਮਨੋਰਥ ਮੇਰਾ। ਉਹ ਕਥਾ ਦੇ ਵਿੱਚ ਜਾਂ ਪ੍ਰਚਾਰ 'ਚ ਨਾ ਕਹਿਣਾ ਵੀ ਸਰਾਧ ਬਾਹਮਣਾਂ ਦੇ ਨੇ, ਇੰਝ ਨਾ ਕਰੋ ਇੰਝ ਨਾ ਕਰੋ, ਤੇ ਅੱਡੀਆਂ ਚੁੱਕ ਚੁੱਕ ਵਹਿੰਦੇ ਰਹਿਣਾ ਵੀ ਰੋਟੀ ਖਵਾਉਣ ਲਈ ਆਉਂਦਾ ਹੈ, ਸਰਾਧ ਉਵੇਂ ਹੀ ਲੰਘ ਚੱਲੇ। ਤੋ ਇਸ ਵਾਸਤੇ ਇਹੋ ਜਿਹੇ ਜਿਹੜੇ ਲੋਕ ਹਨ ਉਹ ਪਖੰਡੀ ਲਿਬਾਸ ਵਾਲੇ ਹਨ, ਉਹ ਸਾਧੂ ਨਹੀਂ ਕਹੀ ਜਾਂਦੇ। ਜਿਹੜੇ ਇਹੀ ਕਹਿੰਦੇ ਰਹਿਣ ਪ੍ਰਭ ਇਹ ਹੈ ਮਨੋਰਥ ਮੇਰਾ, ਵੀ ਮੇਰੀ ਸ਼ਗਨ ਛਕਾਉਣ ਦਾ ਹੀ ਮਨੋਰਥ ਹੈ। ਤੇ ਜੇ ਕੋਈ ਲਿਜਾ ਕੇ ਗਰੀਬ ਗੁਰਬਾ ਪਿਆਰ ਨਾਲ ਭੋਜਨ ਬਾਣੀ ਛਕਾ ਕੇ ਤੇ ਸ਼ਰਧਾ ਸੰਯੁਕਤ ਤੋਰ ਦੇਵੇ, ਕਹਿਣਾ ਲੈ ਇਹੋ ਜਿਹਾ ਤਾਂ ਆਪਾਂ ਆਪ ਦਾ ਵੀ ਖਾ ਲੈਂਦੇ ਆ, ਨਾ ਕੋਈ ਪੈਸਾ ਦਿੱਤਾ ਨਾ ਥੇਲਾ ਦਿੱਤਾ, ਸਾਡੇ ਕੋਲ ਟਾਈਮ ਥੋੜ੍ਹਾ ਆ ਜਾਣ ਆਉਣ ਦਾ। ਤੋ ਜੇ ਇਸ ਤਰ੍ਹਾਂ ਦਾ ਹੀ ਖਵਾਉਣਾ ਸੀ ਫਿਰ ਤਾਂ ਨਾ ਹੀ ਬੁਲਾਉਂਦਾ। ਇੰਝ ਸੋਚਦੇ ਰਹਿਣਾ ਵੀ ਇਹ ਰੱਬ ਸੱਚਿਆ, ਔਖੀ ਘੜੀ ਨਾ ਦੇਖਣ ਦੇ ਹੀ ਆਪਣਾ ਬਿਰਦ ਸੰਭਾਲੇ। ਤੋ ਇਸ ਤਰ੍ਹਾਂ ਦੇ ਜਿਹੜੇ ਸਾਧੂ ਨੇ ਕੇਵਲ ਖਾਣ ਪੀਣ ਵਾਸਤੇ ਉਹਨਾਂ ਨੇ ਲਿਬਾਸ ਧਾਰਿਆ ਹੋਇਆ ਹੈ। ਇਹੋ ਜਿਹੇ ਸਾਧੂ ਅਤਿਥੀ ਨਹੀਂ ਕਹੇ ਜਾ ਸਕਦੇ। ਉਦਰ ਕਾਰਨ ਆਪਣੇ ਮਹੱਲਾ ਤੀਜਾ। ਜੇ ਪਰ ਕਰ ਭੋਜਨ ਕਰੇ ਨਾ। ਇਹ ਤੀਜੇ ਪਾਤਸ਼ਾਹ ਗੁਰੂ ਸਾਹਿਬ ਦੇ ਬਚਨ ਹਨ ਕਿ ਅਭਿਆਗਤ ਇਹ ਨਾ ਆਖੀਆਂ ਨਾ। ਇਹੋ ਜਿਹੇ ਸਾਧੂ ਨਹੀਂ ਕਹੇ ਜਾਂਦੇ ਜੇ ਪਰ ਘਰ ਭੋਜਨ ਕਰੇ ਨਾ। ਜਿਹੜੇ ਪਰਾਏ ਘਰਾਂ ਵਿੱਚ ਜਾ ਕੇ ਕੇਵਲ ਭੋਜਨ ਦਾ ਹੀ ਜੁਗਾੜ ਲੜਾਉਂਦੇ ਨੇ ਖਾਣ ਪੀਣ ਵਾਸਤੇ, ਤੇ ਇੱਧਰ ਉੱਧਰ ਨਾਲੇ ਝਾਕੀ ਜਾਣਾ ਨਾਲੇ ਬਾਤਾਂ ਮਾਰੀ ਜਾਣੀਆਂ। ਜਿਹਨੇ ਬੁਲਾਇਆ ਹੈ ਉਹਦੀ ਅਰਦਾਸ ਕਰਨੀ ਹੈ, ਕੋਈ ਰੱਬ ਦਾ ਭਜਨ ਨਹੀਂ, ਕੋਈ ਬੰਦਗੀ ਨਹੀਂ, ਕੋਈ ਸਤਿਨਾਮ ਵਾਹਿਗੁਰੂ ਦਾ ਜਾਪ ਨਹੀਂ। ਕਾਰ ਸੇਵਾ ਵਾਲੇ ਮਹਾਂਪੁਰਖ ਮੈਨੂੰ ਬਹੁਤ ਚੰਗੇ ਲੱਗਦੇ ਨੇ, ਕਿਉਂਕਿ ਜੇ ਉਹਨਾਂ ਕੋਲੋਂ ਕੋਈ ਰੋਟੀ ਖਾਣ ਜਾਵੇ ਤੇ ਉਹ ਕਹਿੰਦੇ ਪੁੱਤ ਪਹਿਲਾਂ ਇੱਥੇ ਬੈਠ ਕੇ 2 ਘੰਟੇ ਸਤਿਨਾਮ ਵਾਹਿਗੁਰੂ ਦਾ ਜਾਪ ਜਾਪ। ਅੱਡੀਆਂ ਚੁੱਕ ਚੁੱਕ ਕੀ ਬਹਿੰਦੇ ਹੋ, ਲੰਗਰ ਖੁੱਲਿਆ ਕਿ ਨਹੀਂ ਖੁੱਲਿਆ, ਇੱਥੇ ਬਹਿੰਦੇ ਕਿਉਂ ਨਹੀਂ? ਆਪਾਂ ਦਿੱਲੀ ਜਾਣਾ ਅੰਬੈਸੀ 'ਚ ਵੀਜ਼ਾ ਲਵਾਉਣ ਲਈ, ਤੇ ਉਹ ਮਹਾਂਪੁਰਖਾਂ ਨੇ ਲੰਗਰ ਤੋਂ ਪਹਿਲਾਂ ਜਾਪ ਸ਼ੁਰੂ ਕੀਤਾ ਹੁਣ, ਤੇ ਸਾਨੂੰ ਇਤਨੇ ਦਬਕੇ ਮਾਰਨੇ ਤੇ ਕਹਿਣਾ ਵੀ ਗੱਲ ਤਾਂ ਸਹੀ ਹੈ। ਇਹ ਵੇਖਣ ਵਾਸਤੇ ਥੋੜ੍ਹਾ ਹੈ, ਬੈਠ ਕੇ ਕਰਨ ਵਾਸਤੇ ਵੀ ਹੈ। ਪੂਰੇ 2 ਘੰਟੇ ਸ਼ਾਮਾਂ ਨੂੰ, ਤੇ ਉਸ ਤੋਂ ਬਾਅਦ ਸਤਿਨਾਮ ਵਾਹਿਗੁਰੂ ਦੇ ਜਾਪ ਤੋਂ ਬਾਅਦ ਕਹਿੰਦੇ ਹੁਣ ਬੈਠੋ ਭਾਈ ਲੰਗਰ ਛਕੋ। ਤੇ ਅੰਮ੍ਰਿਤ ਵੇਲੇ ਵੀ 4 ਵਜੇ ਸੁੱਤਿਆਂ ਨੂੰ ਉਠਾ ਦੇਣਾ, ਕਹਿਣਾ ਵੀ ਨਹਾ ਕੇ ਇੱਧਰ ਨਾਮ ਜਪੋ। ਉਸ ਤੋਂ ਬਾਅਦ ਫਿਰ ਛਕ ਛਕਾ ਕੇ ਕਾਰ ਸੇਵਾ ਤੇ ਸਾਡਾ ਕੰਮ ਕੀ ਹੈ, ਬਾਤਾਂ ਮਾਰਦਿਆਂ ਤੁਰੇ ਜਾਣਾ, ਤੇ ਬੈਠ ਕੇ ਵੀ ਬਾਤਾਂ ਮਾਰੀ ਜਾਣੀਆਂ। ਖਾ ਪੀ ਕੇ ਢਿੱਡ 'ਚ ਹੱਥ ਫੇਰ ਕੇ ਕਹਿਣਾ ਆਹਾ ਹਾ ਹਾ ਬੜਾ ਚੰਗਾ ਬਣਿਆ, ਇੰਨਾ ਸਵਾਦ। ਬੰਦਾ ਪੁੱਛੇ ਵੀ ਕਦੀ ਰੋਟੀ ਨਹੀਂ ਖਾਧੀ? ਖਾ ਕੇ ਸਿਫਤ ਕਰਨੀ ਤਾਂ ਬਿਲਕੁਲ ਹੀ ਨਿਕੰਮੇ ਬੰਦੇ ਦਾ ਕੰਮ ਹੈ, ਲਾਲਚੀ ਪੁਰਖ ਦਾ ਕੰਮ ਹੈ। ਵੀ ਜਿਸ ਤਰ੍ਹਾਂ ਕਦੇ ਕੁਝ ਖਾਧਾ ਨਹੀਂ ਹੁੰਦਾ, ਰੱਬ ਦਾ ਨਾਮ ਲੈਣਾ ਚਾਹੀਦਾ ਹੈ। ਇਹ ਸੱਚੇ ਪਾਤਸ਼ਾਹ ਹੀ ਵਾਹਿਗੁਰੂ ਅਕਾਲ ਪੁਰਖ ਤੂੰ ਦਾਤਾ ਦਾਤਾਰ ਤੇਰਾ ਦਿੱਤਾ ਖਾਵਣਾ। ਅੱਲਾ ਤੀਜਾ। ਤੀਜੇ ਪਾਤਸ਼ਾਹ ਧੰਨ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਪਾਵਨ ਫਰਮਾਨ ਕਰਦੇ ਹਨ ਕਿ ਸਾਧੂ ਗੁਰੂ ਦਾ ਸਿੱਖ ਕੈਸਾ ਹੋਣਾ ਚਾਹੀਦਾ ਹੈ। ਅਭਿਆਗਤ ਇਹ ਨਾ ਆਖੀਆਂ। ਪਾਤਸ਼ਾਹ ਫਰਮਾਉਂਦੇ ਨੇ ਇਹੋ ਜਿਹੇ ਲੋਕ ਅਤਿਥੀ ਲੋੜਵੰਦ ਸਾਧੂ ਨਹੀਂ ਕਹੀਦੇ
ਜੇ ਪਰ ਘਰ ਭੋਜਨ ਕਰੇਨ। ਜਿਹੜੇ ਹਮੇਸ਼ਾ ਪਰਾਏ ਘਰਾਂ ਵਿੱਚ ਜਾ ਕੇ ਭੋਜਨ ਹੀ ਖਾਂਦੇ ਰਹਿੰਦੇ ਨੇ, ਭਾਵ ਭਜਨ ਨਹੀਂ ਕਰਦੇ, ਕੇਵਲ ਖਾਣ ਵਾਲੀ ਉਹਨਾਂ ਦਾ ਧਿਆਨ ਰਹਿੰਦਾ ਹੈ, ਇਹੋ ਜਿਹੇ ਸਾਧੂ ਨਹੀਂ ਕਹੇ ਜਾ ਸਕਦੇ। ਜਾਂ ਇਸੇ ਪ੍ਰਕਾਰ ਜੇ ਪਰ ਘਰ ਭੋਜਨ ਕਰੇਨ, ਜਿਹੜੇ ਪਰਾਏ ਘਰਾਂ ਵਿੱਚ ਭਾਵ ਦੇਵੀ ਦੇਵਤਿਆਂ ਦੀ ਉਪਾਸਨਾ ਕਰਨ ਰੂਪ ਭੋਜਨ ਖਾਣਾ ਕਰਦੇ ਹਨ। ਖਾਣ ਵਾਸਤੇ ਇਸ਼ਤਿਹਾਰ ਹੀ ਪੜ੍ਹਦੇ ਰਹਿਣਾ ਕਿ ਅੱਜ ਕਿੱਥੇ ਜੱਗ ਹੈ, ਫਲਾਣੀ ਜਗ੍ਹਾ ਖੀਰ ਪੂੜਿਆਂ ਦਾ ਹੈ, ਫਲਾਣੀ ਜਗ੍ਹਾ ਜਲੇਬੀਆਂ ਦਾ ਹੈ, ਫਲਾਣੀ ਜਗ੍ਹਾ ਭਾਵੇਂ ਪਕੌੜੇ ਸੁੱਕੇ ਦੇ ਹੀ ਵਰਤਦੇ ਹੋਣ, ਉੱਥੇ ਪਕੌੜੇ ਵਰਤ ਰਹੇ ਨੇ, ਖਾ ਕੇ ਭਾਵੇਂ ਬੰਦਾ ਬਿਮਾਰੀ ਹੋ ਜਾਏ। ਇਸ ਤਰ੍ਹਾਂ ਦੇ ਬੰਦੇ ਸਾਧੂ ਨਹੀਂ ਹੁੰਦੇ ਹਨ, ਜਿਨ੍ਹਾਂ ਨੇ ਲਿਬਾਸ ਕੇਵਲ ਖਾਣ ਲਈ ਧਾਰਿਆ ਹੈ। ਉਧਰ ਕਾਰਨ ਆਪਣੇ, ਕਿਉਂਕਿ ਉਹ ਤਾਂ ਆਪਣੇ ਪੇਟ ਭਰਨ ਖਾਤਰ ਹੀ ਬਹਿਲੇ ਭੇਖ ਕਰੇਨ, ਬਹੁਤੇ ਲਿਬਾਸ ਬਣਾਉਣਾ ਕਰਦੇ ਹਨ। ਪੇਟ ਪੂਰਤੀ ਵਾਸਤੇ ਉਹਨਾਂ ਨੇ ਸਾਧੂ ਵਾਲਾ ਬਾਣਾ ਪਾਇਆ ਹੋਇਆ ਹੈ। ਅਭਿਆਗਤ ਸੇ ਨਾਨਕਾ, ਸਤਿਗੁਰੂ ਅਮਰਦਾਸ ਜੀ ਫਰਮਾਉਂਦੇ ਨੇ, ਉਹੀ ਪੁਰਖ ਲੋੜਵੰਦ ਅਤਿਥੀ ਸਾਧੂ ਹਨ ਜੇ ਆਤਮ ਗਾਉਣ ਕਰੇਨ, ਜਿਹੜੇ ਆਤਮਿਕ ਸਰੂਪ ਦੇ ਵਿੱਚ ਗਮਨ ਕਰਦੇ ਹਨ, ਜਾਂ ਜੋ ਪਰਮੇਸ਼ਰ ਸਾਰਿਆਂ ਦਾ ਆਤਮਾ ਸਰੂਪ ਹੈ, ਜਾਂ ਜੋ ਆ ਸਰਬ ਔਰ ਸੇ ਪ੍ਰਭੂ ਤਾਮਤਸ਼ੇ ਕਰਕੇ ਪ੍ਰਾਪਤ ਰੂਪ ਹੈ, ਅਤੇ ਆਪਣੇ ਸਰੂਪ ਰੂਪੀ ਘਰ ਵਿੱਚ ਜਾਂ ਆਤਮਿਕ ਸਰੂਪ ਰੂਪੀ ਘਰ ਦੇ ਵਿੱਚ ਠਹਿਰਨਾ ਕਰਦੇ ਹਨ। ਆਪਦੇ ਆਤਮਿਕ ਸਰੂਪ ਦੇ ਵਿੱਚ ਲੀਨਤਾ ਪਾਉਂਦੇ, ਸਮਾਧੀ ਲਾਉਂਦੇ ਹਨ, ਜਿਨ੍ਹਾਂ ਦਾ ਧਿਆਨ ਪ੍ਰਭੂ ਪ੍ਰਾਪਤੀ ਵੱਲ ਹੈ। ਜਿਹੜਾ ਛਕਣ ਛਕਾਉਣ ਹੈ ਤਾਂ ਸਰੀਰ ਦੀ ਪਰਵਿਸ਼ ਵਾਸਤੇ ਹੈ। ਗੁਰੂ ਸਾਹਿਬ ਦਾ ਹੁਕਮ ਹੈ ਕਿ ਨਾਨਕ ਸੋ ਪ੍ਰਭ ਸਿਮਰੀ ਹੈ ਤਿਸ ਦੇਹੀ ਕੋ ਪਾਲ, ਜਿਸ ਸਰੀਰ ਤੋਂ ਭਜਨ ਸਿਮਰਨ ਕਰਨ ਰੂਪੀ ਕੰਮ ਲੈਣਾ ਹੈ ਉਹਦੀ ਪਾਲਣਾ ਵੀ ਚਾਹੀਦੀ ਹੈ। ਪੌੜੀ ਤੀਜੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਉਚਾਰ ਰਹੇ ਨੇ, ਅੰਬਰ ਧਰਤ ਵਿਛੋੜਿਆਨ, ਪਰਮੇਸ਼ਰ ਨੇ ਆਕਾਸ਼ ਅਤੇ ਧਰਤੀ ਦੋਹਾਂ ਨੂੰ ਵਿਛੋੜ ਦਿੱਤਾ ਹੈ। ਵਿੱਚ ਸੱਚਾ ਅਸਰਾਉ, ਇਹਨਾਂ ਦੇ ਵਿਚਕਾਰ ਸੱਚਾ ਪਰਮੇਸ਼ਰ ਆਪ ਹੀ ਆਸਰਾ ਰੂਪ ਹੈ, ਜਾਂ ਇਹਨਾਂ ਦੇ ਵਿੱਚ ਚੇਤਨ ਸੱਤਾ ਰੂਪ ਸੱਚਾ ਆਸਰਾ ਦਿੱਤਾ ਹੈ। ਘਰ ਦਰ ਸਭੋ ਸੱਚ ਹੈ, ਜਿਸ ਦੇ ਹਿਰਦੇ ਰੂਪੀ ਘਰ ਦੇ ਵਿੱਚ ਸੱਚਾ ਨਾਮ ਵਸਿਆ ਹੋਇਆ ਹੈ, ਜਿਸ ਵਿੱਚ ਸੱਚਾ ਨਾਮ, ਜਿਸ ਦੇ ਹਿਰਦੇ ਰੂਪੀ ਘਰ ਵਿੱਚ ਸੱਚਾ ਨਾਮ ਵਸਿਆ ਹੋਇਆ ਹੈ, ਉਸ ਦੇ ਪ੍ਰਤੱਖ ਘਰ ਦਰ ਸਭੋ ਸੱਚ ਹੈ। ਪ੍ਰਤੱਖ ਘਰ ਦੇ ਦਰ ਜਾਂ ਸਰੀਰ ਰੂਪੀ ਘਰ ਅਤੇ ਇੰਦਰੀ ਰੂਪੀ ਦਰ ਆਦਿਕ ਸਾਰੇ ਸੱਚੇ ਹਨ। ਇਸੇ ਪ੍ਰਕਾਰ ਘਰ ਦਰ ਸਭੋ ਸੱਚ ਹੈ, ਜਿਸ ਵਿੱਚ ਸੱਚਾ ਨਾਮ, ਜਿਸ ਦੇ ਹਿਰਦੇ ਰੂਪੀ ਘਰ ਦੇ ਵਿੱਚ ਸੱਚੇ ਪਾਤਸ਼ਾਹ ਦੇ ਨਾਮ ਦਾ ਪਿਆਰ ਵਸਿਆ ਹੋਇਆ ਹੈ, ਉਸ ਨੂੰ ਖੰਡਾਂ ਬ੍ਰਹਮੰਡਾਂ ਰੂਪੀ ਘਰ ਅਤੇ ਦਰਵਾਜ਼ਿਆਂ ਆਦਿਕ ਸਭਨਾ ਥਾਵਾਂ ਵਿੱਚ ਸੱਚਾ ਹੀ ਪ੍ਰਤੀਤ ਹੁੰਦਾ ਹੈ। ਘਰ ਦਰ ਸਭੋ ਸੱਚ ਹੈ, ਉਹਨਾਂ ਦਾ ਸਰੀਰ ਰੂਪ ਘਰ ਅਤੇ ਸਚਾਈ ਵਾਲਾ ਦਰ ਮੁਖ ਆਦਿਕ ਸਭ ਕੁਝ ਸਫਲ ਹੈ, ਤੇ ਅੰਤःਕਰਨ ਰੂਪੀ ਘਰ ਤੇ ਗਿਆਨ ਰੂਪੀ ਦਰਵਾਜ਼ਾ ਵੀ ਸੱਚਾ ਹੈ। ਜਿਸ ਵਿੱਚ ਸੱਚਾ ਨਾਮ, ਜਿਸ ਦੇ ਹਿਰਦੇ ਵਿੱਚ ਸੱਚਾ ਵਾਹਿਗੁਰੂ ਨਾਮ ਵਸਿਆ ਹੋਇਆ ਹੈ। ਸਭ ਸੱਚਾ ਹੁਕਮ ਵਰਤਦਾ, ਸਾਰਿਆਂ ਦੇ ਸਿਰ ਤੇ ਸੱਚੇ ਪਰਮੇਸ਼ਰ ਦਾ ਹੀ ਹੁਕਮ ਵਰਤ ਰਿਹਾ ਹੈ। ਗੁਰਮੁਖ ਸੱਚ ਸਮਾਓ, ਹਰ ਗੁਰਮੁਖ ਜਨਾਂ ਦਾ ਸੱਚ ਸਰੂਪ ਦੇ ਵਿੱਚ ਸਮਾਉਣਾ
ਮਿਲਣਾ ਹੁੰਦਾ ਹੈ। ਸੱਚਾ ਆਪ ਤਖਤ ਸੱਚਾ, ਉਹ ਪਰਮੇਸ਼ਰ ਆਪ ਸੱਚਾ ਹੈ ਤੇ ਉਸ ਦਾ ਅਧਿਸ਼ਠਾਨ ਰੂਪ ਹੋਣ ਕਰਕੇ ਸੰਸਾਰ ਰੂਪੀ ਤਖਤ ਵੀ ਸੱਚਾ ਹੈ। ਜੇ ਬੈ ਸੱਚਾ ਕਰੀ ਨਿਆਓ, ਅਤੇ ਸੱਚਾ ਆਪ ਹੀ ਦਰਗਾਹ ਵਿੱਚ ਬੈਠ ਕੇ ਪਾਪ ਪੁੰਨ ਦਾ ਨਿਆਉ ਨਿਰਣਾ ਕਰਦਾ ਹੈ। ਇਸੇ ਪ੍ਰਕਾਰ ਸੱਚਾ ਆਪ ਤਖਤ ਸੱਚਾ, ਉਹ ਪਰਮੇਸ਼ਰ ਆਪ ਸੱਚਾ ਹੈ, ਉਸ ਦਾ ਸਤਸੰਗਤ ਰੂਪੀ ਤਖਤ ਵੀ ਸੱਚਾ ਹੈ। ਬਹਿ ਸੱਚਾ ਕਰੀ ਨਿਆਓ, ਪਰ ਉਸ ਉੱਤੇ ਬੈਠ ਕੇ ਆਪ ਹੀ ਸੱਚਾ ਨਿਰਣਾ ਕਰਦਾ ਹੈ। ਜਾਂ ਇਸੇ ਪ੍ਰਕਾਰ ਬਹਿ ਸੱਚਾ ਕਰੀ ਨਿਆਓ, ਤੇ ਸੱਚਾ ਗੁਰੂ ਰੂਪ ਹੋ ਕੇ ਜਾਂ ਸੱਚਾ ਮਹਾਤਮਾ ਰੂਪ ਹੋ ਕੇ ਸਤਸੰਗਤ ਰੂਪੀ ਤਖਤ ਤੇ ਬੈਠ ਕੇ ਜਗਿਆਸੂਆਂ ਨੂੰ ਤਾਰਨ ਰੂਪ ਸੱਚਾ ਨਿਰਣਾ ਕਰਦਾ ਹੈ। ਇਸੇ ਪ੍ਰਕਾਰ ਸੱਚਾ ਆਪ ਤਖਤ ਸੱਚਾ, ਪਰਮਾਤਮਾ ਆਪ ਸੱਚਾ ਹੈ ਤੇ ਸੱਚਾ ਹੀ ਉਸ ਦਾ ਤਖਤ ਹੈ। ਬਹਿ ਸੱਚਾ ਕਰੀ ਨਿਆਓ, ਅਤੇ ਆਪ ਹੀ ਸੱਚਾ ਧਰਮ ਰਾਜਾ ਰੂਪ ਹੋ ਕੇ ਨਿਆਉ ਕਰਦਾ ਹੈ ਬੈਠ ਕੇ ਦਰਗਾਹ ਦੇ ਵਿੱਚ। ਇਸੇ ਪ੍ਰਕਾਰ ਸੱਚਾ ਆਪ ਤਖਤ ਸੱਚਾ, ਪਰਮਾਤਮਾ ਆਪ ਸੱਚਾ ਹੈ ਤੇ ਸੱਚਾ ਹੀ ਅੰਤःਕਰਨ ਰੂਪੀ ਤਖਤ ਹੈ। ਬਹਿ ਸੱਚਾ ਕਰੀ ਨਿਆਓ, ਉੱਥੇ ਬੈਠ ਕੇ ਸੱਚਾ ਸਾਥੀ ਰੂਪ ਹੋ ਕੇ ਨਿਰਣਾ ਕਰਦਾ ਹੈ। ਭਾਵ ਇੰਦਰੀਆਂ ਨੂੰ ਪ੍ਰੇਰ ਕੇ ਸੱਚ ਦੀ ਪ੍ਰਾਪਤੀ ਵੱਲ ਆਉਂਦਾ ਹੈ। ਸਭ ਸੱਚੋ ਸੱਚ ਵਰਤਦਾ, ਸਾਰੀਆਂ ਥਾਵਾਂ ਦੇ ਵਿੱਚ ਸੱਚਾ ਹੀ ਸੱਚਾ ਵਰਤਦਾ ਹੈ। ਜਾਂ ਸਾਰਿਆਂ ਵਿੱਚ ਨਿਸ਼ਚੈ ਕਰਕੇ ਸੱਚਾ ਪਰਮੇਸ਼ਰ ਹੀ ਵਰਤ ਰਿਹਾ ਹੈ। ਗੁਰਮੁਖ ਲਖ ਲਖਾਈ, ਗੁਰਮੁਖ ਜਨ ਆਪ ਗੁਰਾਂ ਦੁਆਰਾ ਲਖਣ ਨੂੰ ਰਹਿਤ ਸਰੂਪ ਨੂੰ ਲਖਦੇ ਜਾਣਦੇ ਹਨ ਅਤੇ ਹੋਰਨਾਂ ਤਾਈਂ ਲਿਖਾਉਣਾ ਭਾਵ ਜਨਾਉਣਾ ਕਰਦੇ ਹਨ। ਵਾਹ ਵਾਹ ਸੱਚੇ ਪਾਤਸ਼ਾਹ, ਇਸ ਕਰਕੇ ਗੁਰਮੁਖ ਜਨਾਂ ਦਾ ਇਹੀ ਨਿਸ਼ਚਾ ਹੈ ਕਿ ਇਹ ਸੱਚੇ ਪਾਤਸ਼ਾਹ ਤੂੰ ਅਚਰਜ ਅਤੇ ਵਿਸਮਾਦ ਰੂਪ ਹੈ। ਤੂੰ ਸੱਚੀ ਨਾਈ, ਅਤੇ ਤੂੰ ਆਪ ਹੀ ਸੱਚੀ ਮਹਿਮਾ ਸੱਚੀ ਆਵਾਜ਼ ਵਾਲਾ ਹੈ। ਇਹ ਵਾਹੂ ਵਾਹੂ ਸੱਚੇ ਪਾਤਸ਼ਾਹ ਤੂੰ ਸੱਚੀ ਨਾਈ ਵਾਲੀ ਪੰਕਤੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਹੁਕਮ ਮੁਤਾਬਕ ਪੜ੍ਹੀ ਗਈ ਹੈ। ਕਿਉਂਕਿ ਗੁਰੂ ਸਾਹਿਬ ਦਾ ਹੁਕਮ ਹੈ ਕਿ ਹਰੇਕ ਪੌੜੀ ਤੋਂ ਸਮਾਪਤੀ ਤੋਂ ਬਾਅਦ ਇਹ ਪੰਕਤੀ, ਜਿਵੇਂ ਰਾਗੀ ਸਿੰਘ ਅੰਤਰੇ ਤੋਂ ਬਾਅਦ ਸਥਾਈ ਲਾਉਂਦੇ ਨੇ, ਇਉਂ ਸਥਾਈ ਰੂਪ ਜਾਣ ਕੇ ਇਹ ਪੰਕਤੀ ਲਾਜ਼ਮੀ ਪੜ੍ਹਨੀ ਹੈ। ਸ਼ਲੋਕ ਮਹਲਾ ਤੀਜਾ, ਤੀਜੇ ਪਾਤਸ਼ਾਹ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਰਾਮਕਲੀ ਦੀ ਇਹ ਪਹਿਲੀ ਵਾਰ ਦਾ 6ਵਾਂ ਸ਼ਲੋਕ ਸੰਪੂਰਨ ਹੋਇਆ। 7ਵਾਂ ਸ਼ਲੋਕ ਉਚਾਰ ਰਹੇ ਹਨ। ਰਹਿ ਨਾਇਰ ਮਾਹੇ ਅਨੰਤ ਹੈ, ਰਹਿ ਨਾਇਰ ਦਾ ਅਰਥ ਹੈ ਸਮੁੰਦਰ। ਸੰਸਾਰ ਇੱਕ ਸਮੁੰਦਰ ਹੈ ਜਾਂ ਸਤਸੰਗਤ ਰੂਪੀ ਸਮੁੰਦਰ ਦੇ ਵਿੱਚ ਅੰਤ ਤੋਂ ਰਹਿਤ ਪਰਮੇਸ਼ਰ ਆਪ ਵਸ ਰਿਹਾ ਹੈ। ਕੂੜੀ ਆਵੈ ਜਾਏ, ਪਰ ਪਦਾਰਥਾਂ ਵਿੱਚ ਲੱਗ ਕੇ ਜਾਂ ਹਰੀ ਨੂੰ ਭੁੱਲ ਕੇ ਝੂਠੀ ਸ੍ਰਿਸ਼ਟੀ ਜੰਮ ਕੇ ਆਉਂਦੀ ਹੈ ਤੇ ਮਰ ਕੇ ਜਾਂਦੀ। ਇਉਂ ਹਲਟ ਦੀਆਂ ਟਿੰਡਾਂ ਵਾਂਗ ਜੰਮਦੀ ਮਰਦੀ ਰਹਿੰਦੀ ਹੈ। ਇਸੇ ਪ੍ਰਕਾਰ ਰਹਿ ਨਾਇਰ ਮਾਹੇ ਅਨੰਤ ਹੈ, ਰਹਿ ਨਾਇਰ ਦਾ ਦੂਸਰਾ ਅਰਥ ਹੈ ਚੰਦਰਮਾ। ਸਤਿਗੁਰੂ ਜੀ ਚੰਦਰਮਾ ਦੀ ਤਰ੍ਹਾਂ ਹਨ ਜੋ ਗਿਆਨ ਰੂਪ ਕਿਰਨਾਂ ਦਾ ਘਰ ਹਨ ਅਤੇ ਅੰਧ ਤੋਂ ਰਹਿਤ ਨੇ। ਜਾਂ ਚਿਦਾਕਾਸ਼ ਰੂਪ ਬ੍ਰਹਮ ਸਤਿਗੁਰਾਂ ਦੇ ਹਿਰਦੇ ਵਿੱਚ ਵਸ ਰਿਹਾ ਹੈ। ਕੂੜੀ ਆਵੈ ਜਾਏ, ਪਰ ਸਤਿਗੁਰਾਂ ਦੇ ਉਪਦੇਸ਼ ਤੋਂ ਬਿਨਾਂ ਝੂਠੀ ਸ੍ਰਿਸ਼ਟੀ ਆਉਣ ਜਾਣ ਵਿੱਚ ਲੱਗੀ ਹੋਈ ਹੈ।
या इसी प्रकार ਰਹਿਣਾਇਰ ਮਹੀ ਅਨੰਦ ਹੈ। ਚਿਦਾਕਾਸ਼ ਰੂਪ ਬ੍ਰਹਮ ਸਤਿਗੁਰਾਂ ਦੇ ਹਿਰਦੇ ਚ ਵਸ ਰਿਹਾ ਹੈ। ਊੜੀ ਆਵੈ ਜਾਏ ਜਿਨ੍ਹਾਂ ਦੀ ਦੇਵੀ ਦੇਵਤਿਆਂ ਦੇ ਝੂਠੀ ਸ਼ਰਧਾ ਹੈ ਉਹ ਜੰਮਦੇ ਮਰਦੇ ਰਹਿੰਦੇ ਸਤਿਗੁਰਾਂ ਦਾ ਉਪਦੇਸ਼ ਲੈ ਕੇ ਜੀਵਨ ਮੁਕਤੀ ਦਾ ਲਾਭ ਨਹੀਂ ਉਠਾ ਸਕਦੇ। ਭਾਣ ਚੱਲੇ ਆਪਣਾ ਜਿਹੜੇ ਪੁਰਖ ਆਪਣੇ ਖਿਆਲ ਦੇ ਅਨੁਸਾਰ ਚੱਲਦੇ ਨੇ ਅਮੋੜ ਆ ਜਿਹੜੇ ਬਲਦ ਡੰਗਰ ਖੋਤੇ ਪਸ਼ੂ ਆਦਿਕ ਹੁੰਦੇ ਹਨ। ਪਸ਼ੂ ਦਾ ਅਰਥ ਹੀ ਪਛੜਿਆ ਹੋਇਆ ਹੈ। ਤੋ ਜਿਹਨੂੰ ਸਮਝ ਨਾ ਆਏ ਆਪਦੀ ਮਰਜ਼ੀ ਮੁਤਾਬਕ ਉਲਟਾ ਸਿੱਧਾ ਸੱਜੇ ਖੱਬੇ ਮਾਲਕ ਦੇ ਹੁਕਮ ਦੇ ਵਿੱਚ ਸਿੱਧੇ ਰਸਤੇ ਨਾ ਤੁਰੇ ਤੋ ਉਹ ਪਛੜਿਆ ਹੋਇਆ ਮਨਮੁਖ ਜਿਹੜੇ ਪੁਰਖ ਐਸੇ ਆਪਦੀ ਮਰਜ਼ੀ ਆਪਦੇ ਖਿਆਲ ਅਨੁਸਾਰ ਸੋ ਭਗਤੀ ਭਾਵ ਦੇ ਰਸਤੇ ਨੂੰ ਤਿਆਗ ਕੇ ਜਿਵੇਂ ਭਾਈ ਗੁਰਦਾਸ ਸਾਹਿਬ ਨੇ ਲਿਖਿਆ ਗੁਰਮੁਖ ਗਾੜੀ ਰਾਹੋ ਚਲੰਦਾ ਹਾਈਵੇ ਮੋਟਰਵੇ ਨੂੰ ਛੱਡ ਕੇ ਪੱਗ ਡੰਡੀਆਂ ਦੇ ਟੋਇਆਂ ਟੱਬਿਆਂ ਦੇ ਵਿੱਚ ਠੇਡੇ ਖਾਂਦੇ ਸੰਸਾਰ ਦੇ ਵਿੱਚ ਵਿਕਾਰੀ ਖੇਡ ਵਿੱਚ ਚੱਲਦੇ ਹਨ। ਬਹੁਤ ਦਿਲ ਹੈ ਸਜਾਏ ਉਹ ਪਰਲੋਕ ਵਿੱਚ ਜਾ ਕੇ ਨਰਕਾਂ ਦੇ ਅੰਦਰ ਬਹੁਤੀ ਸਜ਼ਾ ਲੈਣਗੇ ਇੱਥੇ ਵੀ ਸਜ਼ਾ ਭੋਗਦੇ ਹਨ। ਰਹਿਣਾਇਰ ਮਹਿ ਸਭ ਕਿਛ ਹੈ। ਸੰਸਾਰ ਰੂਪੀ ਸਮੁੰਦਰ ਵਿੱਚ ਜਾਂ ਗੁਰੂ ਰੂਪੀ ਸਮੁੰਦਰ ਵਿੱਚ ਜਾਂ ਸਤਸੰਗਤ ਰੂਪੀ ਸਮੁੰਦਰ ਵਿੱਚ ਸਾਰਾ ਕੁਝ ਹੈ। ਭਾਵ ਪ੍ਰਤੱਖ ਪਦਾਰਥ ਹਨਗੇ ਸਤ ਸੰਦੋਖ ਆਦਿਕ ਸ਼ੁਭ ਗੁਣਾ ਰੂਪੀ ਪਦਾਰਥ ਵੀ ਹਨਗੇ ਪਰ ਕਰਮੀ ਪੱਲੇ ਪਾਏ ਗੁਰਾਂ ਦੀ ਕਿਰਪਾ ਕਰਕੇ ਹੀ ਹਿਰਦੇ ਰੂ ਪੱਲੇ ਵਿੱਚ ਸ਼ੁਭ ਗੁਣ ਪੈਂਦੇ ਹਨ ਜਾਂ ਪੂਰਬਲੇ ਨਿਸ਼ਕਾਮ ਕਰਮਾਂ ਦੇ ਸਦਕਾ ਪ੍ਰਭੂ ਦੀ ਮਿਹਰ ਨਾਲ ਬੁੱਧੀ ਰੂ ਪੱਲੇ 'ਚ ਪੈਂਦੇ ਨੇ। ਗੁਰ ਸਾਗਰ ਰਤਨੀ ਭਰ ਪੂਰੇ ਅੰਮ੍ਰਿਤ ਸੰਦ ਚੁਗੈ ਨੀ ਦੂਰੇ ਹਰ ਰਸ ਚੋਗ ਚੁਗੈ ਪ੍ਰਭਾਵੈ ਸਰਵਰ ਮੈਂ ਹੰਸ ਪ੍ਰਾਣ ਪਦ ਪਾਵੈ। ਸੋ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਰੂਪੀ ਸਮੁੰਦਰ ਦੇ ਵਿੱਚ ਸਭ ਕੁਝ ਹੈ। ਸਾਚੇ ਸਾਹਿਬਾ ਕਿਆ ਨਹੀਂ ਘਰ ਤੇਰਾ ਘਰ ਤਾਂ ਤੇਰਾ ਸਭ ਕੁਛ ਹੈ ਜਿਸ ਦੇਹ ਸੋ ਭਾਵੈ। ਇਸ ਲਈ ਮਹਾਰਾਜ ਦੀ ਬਾਣੀ ਦੇ ਵਿੱਚ ਕੋਈ ਇਹੋ ਜਿਹੀ ਵਸਤੂ ਨਹੀਂ ਜਿਹੜੀ ਨਾ ਹੋਵੇ। ਥਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਦੋਖ ਵਿਚਾਰੋ ਅੰਮ੍ਰਿਤ ਨਾਮ ਠਾकुर का पयो जिसका सबसे आधारो जेको खावे जेको पुंचै तिसका हुए उधारो एह वस्त तजी न जाई नित नित रखो तारो तम संसार चरण लग तरिय सब नानक ब्रह्म बसारो। जैसे तो सकल निध पूरन समुद्र विखै हंस मरजीवा निश्चय प्रसाद पावै। जैसे बन विखै मलियागर सुंदा कपूर सोध कै सुबासी सुबास बेह सावै। जैसे हीरा मानक जैसे पर्वत हीरा मानक पारस सिद्ध खनवारा खन जग विखै प्रगटावै। जितना समुद्र दे विच बड़े रतन जवाहरात ने पर ਜਿਹੜਾ ਇਸ਼ਨਾਨ ਕਰਨ ਤੋਂ ਹੀ ਝਿਜਕਦਾ ਹੈ। ਗਰਮੀਆਂ ਦੇ ਵਿੱਚ ਵੀ ਕਈ ਦਿਨ ਨਹਾਉਂਦਾ ਨਹੀਂ ਸਮੁੰਦਰ ਦੇ ਕਿਨਾਰੇ ਖੜਾ ਡਰੀ ਜਾ ਰਿਹਾ ਵਿੱਚ ਵੜ ਕੇ ਤੇ ਇਸ਼ਨਾਨ ਕਰਨ ਦਾ ਹੀਆ ਨਹੀਂ ਤੇ ਉਹਨੇ ਇਹਨਾਂ ਚੀਜ਼ਾਂ ਦੀ ਭਲਾ ਪ੍ਰਾਪਤੀ ਕੀ ਕਰ ਲੈਣੀ ਹੈ। ਜਿਹੜਾ ਟੁੱਬੀ ਮਾਰਨ ਵਾਲਾ ਹੈ ਟੋਬੂ ਬੰਦਾ ਉਹੀ ਛਾਲ ਮਾਰ ਕੇ ਉਹਨਾਂ ਚੀਜ਼ਾਂ ਨੂੰ ਲੱਭ ਸਕਦਾ ਹੈ। ਜਿਸ ਪ੍ਰਕਾਰ ਜੰਗਲ ਦੇ ਵਿੱਚ ਜੜੀਆਂ ਬੂਟੀਆਂ ਤਾਂ ਬਹੁਤ ਨੇ ਪਰ ਜਿਸ ਨੂੰ ਪਹਿਚਾਣ ਨਹੀਂ ਹੈ ਉਹ ਭਲਾ ਕੀ ਫਾਇਦਾ ਕੀ ਲਾਭ ਲੈ ਸਕੇਗਾ। ਵੇਖੋ ਸੋ ਲక్ష్మణ ਜਦ ਮੂਰਛਿਤ ਹੋ ਗਿਆ ਸੀ ਤਾਂ ਸਿਆਣੇ ਵੈਦ ਨੇ ਹਨੂਮਾਨ ਦੀ ਰਾਹੀਂ ਉਹ ਪਹਾੜਾਂ ਦੀ ਬੂਟੀ ਮੰਗਾ ਕੇ ਘੋੜ ਕੇ ਪਿਆ ਕੇ ਉਹਨੂੰ ਹੋਸ਼ ਵਿੱਚ ਲੈ ਆਉਂਦਾ। ਮਤਲਬ ਮਰਿਆਂ ਨੂੰ ਵੀ ਜੀਵਤ ਕਰਨ ਵਾਲੀਆਂ ਬੂਟੀਆਂ ਜਿਹੜੀਆਂ ਕਮਾਲ ਦੀਆਂ ਨੇ। ਆਯੁਰਵੈਦਿਕ ਲੋਕ ਉਹਨਾਂ ਬੂਟੀਆਂ ਤੋਂ ਹੀ ਲਾਭ ਪ੍ਰਾਪਤ ਕਰਦੇ ਦਵਾਈਆਂ ਤਿਆਰ ਕਰਦੇ ਨੇ।
ਜਿਸ ਤਰ੍ਹਾਂ ਪਹਾੜਾਂ ਦੇ ਉੱਪਰ ਪਾਰ ਸਾਧਕ ਬੜੇ ਸੁੰਦਰ ਪੱਥਰ ਹਨ ਜਿਹੜੇ ਲੋਹੇ ਨੂੰ ਸੋਨਾ ਬਣਾਉਣ ਦੀ ਸਮਰੱਥਾ ਰੱਖਦੇ, ਪਰ ਜਿਹੜਾ ਘਰ ਚੋਂ ਹੀ ਬਾਹਰ ਨਹੀਂ ਜਾਂਦਾ, ਕੰਮ ਕਰ ਕਰਕੇ ਰਾਜੀ ਨਹੀਂ, ਹੱਥ ਤੇ ਹੱਥ ਰੱਖ ਕੇ ਇਹੀ ਕਹੀ ਜਾਂਦਾ ਕਿ ਰੱਬ ਦੇਏਗਾ ਤੇ ਆਪਾਂ ਖਾਵਾਂਗੇ, ਉਹਨੇ ਭਲਾ ਕੀ ਪ੍ਰਾਪਤ ਕਰ ਲੈਣਾ। ਜਿਹੜਾ ਆਲਸੀ ਬੰਦਾ ਹੈ, ਜਿਹੜਾ ਮਿਹਨਤ ਕਸ ਮਜ਼ਦੂਰ ਹੈ, ਉਹੀ ਪਹਾੜਾਂ ਦੇ ਚੜ੍ਹ ਕੇ ਉਹਨਾਂ ਚੀਜ਼ਾਂ ਨੂੰ ਪ੍ਰਾਪਤ ਕਰ ਸਕਦਾ। ਤੈਸੇ ਗੁਰਬਾਣੀ ਵਿਖੇ ਸਕਲ ਪਦਾਰਥ ਹੈ, ਜੋਈ ਜੋਈ ਖੋਜੈ ਸੋਈ ਸੋਈ ਨੇ ਪਜਾਵਈ। ਇਸੇ ਪ੍ਰਕਾਰ ਗੁਰਬਾਣੀ ਦੇ ਵਿੱਚ ਸਾਧ ਸੰਗਤ ਰੂਪੀ ਘਰ ਦੇ ਵਿੱਚ ਸਾਰੇ ਪਦਾਰਥ ਲੁਕੇ ਹੋਏ ਨੇ। ਜਿਹੜਾ ਵੀ ਲੱਭਦਾ ਹੈ ਸੋ ਖੋਜੀ ਹੋ ਕੇ ਸ਼ਰਧਾ ਸੰਯੁਕਤ ਹੋ ਕੇ ਉਹੀ ਪ੍ਰਾਪਤ ਕਰ ਸਕਦਾ ਹੈ। ਨਾਨਕ ਨੌ ਨਿਧ ਪਾਈਐ। ਇੱਕ ਕਰਮੀ ਪੱਲੇ ਪਾਏ, ਮਿਹਰ ਨਾਲ ਵੀ ਪੱਲੇ 'ਚ ਪੈਂਦਾ ਹੈ। ਸਤਿਗੁਰੂ ਦੀ ਕਿਰਪਾ ਵੀ ਹੈ, ਮਿਹਨਤ ਵੀ ਹੋਵੇ, ਉਦਮ ਵੀ ਹੋਵੇ। ਉਦਮ ਕਰ ਹਰ ਜਾਪਣਾ ਤੇ ਉਦਮ ਕਰ ਹਰ ਜਾਪਣਾ ਤੇ ਇਉਂ ਮਹਾਰਾਜ ਨੇ ਆਖਿਆ ਹੈ ਕਿ ਉਦਮ ਕਰਕੇ ਵਾਹਿਗੁਰੂ ਦੇ ਨਾਮ ਨੂੰ ਜਪਣਾ ਤੇ ਸੰਤ ਸੰਗਰ ਸਿਮਰਨਾ ਮਲ ਜਨਮ ਜਨਮ ਕੀ ਕਾਟ। ਸੰਤ ਦੀ ਸੰਗਤ ਵਿੱਚ ਉਦਮ ਕਰਕੇ ਆ ਕੇ ਬੈਠ ਕੇ ਨਾਮ ਜਪਣ ਦੇ ਨਾਲ ਹੀ ਮੈਲ ਕੱਟੀ ਜਾਂਦੀ, ਗੁਰੂ ਸਾਹਿਬ ਦੀ ਕਿਰਪਾ ਹੁੰਦੀ ਹੈ। ਨਾਨਕ ਨੌ ਨਿਧ ਪਾਈ ਹੈ। ਜਿਹੜੇ ਉਦਮੀ ਪੁਰਖ ਹਨ ਉਹ 9 ਨਿਧੀਆਂ 18 ਸਿੱਧੀਆਂ ਗੁਰੂ ਘਰ ਦੇ ਵਿੱਚੋਂ ਪ੍ਰਤੱਖ ਪ੍ਰਾਪਤ ਕਰ ਲੈਂਦੇ ਨੇ। ਜਿੰਨਾ ਮਰਜੀ ਖਾਵੇ ਖਰਚੇ ਰਲ ਮਿਲ ਭਾਈ, ਤੋੜਨਾ ਵੈ ਵਧੂ ਜਾਈ ਦੇ ਬਚਨਾਂ ਮੁਤਾਬਕ ਹੈ। ਸੋ ਰੱਬ ਦੇ ਘਰ ਦੇ ਖਜ਼ਾਨੇ ਵਿੱਚ ਘਾਟਾ ਨਹੀਂ ਆਉਂਦਾ। ਜਾਂ 9 ਨਿਤ ਨਾਮ ਹੈ ਨਬਦਾ ਭਗਤੀ ਦਾ। ਸਰਵਣ ਸਿਮਰਨ ਕੀਰਤਨ ਪਾਦ ਸੇਵੇ ਅਰਚਾਨ, ਦਾਸ ਸਖਾਪਨ ਬੰਦਨਾ ਸਰਬ ਨਿਵੇਦਨ ਜਾਣ। ਇਹ ਨਬਦਾ ਭਗਤੀ ਪ੍ਰਾਪਤ ਕਰ ਲੈਂਦੇ ਨੇ। ਜਾਂ 9 ਨਿਤ ਦਾ ਮਤਲਬ 9 ਗੋਲਕਾਂ ਦੇ ਆਸਰਾ ਰੂਪ ਸੱਚ ਸਰੂਪ ਨੂੰ ਪਾਉਣਾ ਕਰੀਦਾ ਹੈ। ਜੇ ਚੱਲੈ ਤਿਸੈ ਰਜਾਏ। ਕੁਛ ਵੀ ਨਾ ਕਰੇ ਪਰ ਵਾਹਿਗੁਰੂ ਦੀ ਗੁਰੂ ਸਾਹਿਬ ਦੀ ਆਗਿਆ ਵਿੱਚ ਚੱਲੇ, ਆਪਦੀ ਮਰਜ਼ੀ ਨੂੰ ਤਿਆਗ ਦੇਵੇ। ਮਨ ਕੀ ਮਤ ਤਿਆਗੋ ਹਰ ਜਨ। ਇਹ ਗੱਲ ਕਰਨੀ ਸੌਖੀ ਹੈ, ਹਰੀ ਦੇ ਜਨਾਂ ਨੇ ਮਨ ਦੀ ਮਤ ਤਿਆਗੀ ਹੈ। ਮਾਰੇ ਕਹਿੰਦੇ ਤੁਸੀਂ ਵੀ ਤਿਆਗ ਦਿਓ, ਪਰ ਇਹ ਬਾਤ ਇਕੱਠਿਆਂ ਦੀ ਗੱਲ ਹੈ ਬੜੀ ਔਖੀ। ਜੇਕਰ ਜੀਵ ਆਪਦੇ ਮਨ ਦੀ ਮਨੌਤ ਛੱਡ ਦੇਵੇ, ਹੰਕਾਰ ਛੱਡ ਦੇ ਤਾਂ ਤੇ ਵਾਹਿਗੁਰੂ ਦੀ ਰਜ਼ਾ ਆਗਿਆ ਦੇ ਵਿੱਚ ਚੱਲਣਾ ਕਰੇ ਤਾਂ ਹੀ ਨਾਨਕ ਨੌ ਨਿਧ ਪਾਈ ਹੈ। 9 ਨਿਧ ਰੂਪ ਜੋ ਪ੍ਰਭੂ ਦਾ ਨਾਮ ਸਾਡੇ ਹਿਰਦੇ ਵਿੱਚ ਲੁਕਿਆ ਹੋਇਆ ਹੈ। ਅਜਪਾ ਜਾਪ ਨਾ ਵਿਸਰੈ ਆ ਜੁਗਾਤ ਸਮਾਏ। ਸਾਰਿਆਂ ਦੇ ਹਿਰਦਿਆਂ 'ਚ ਜਪਾ ਜਾਪ ਹੋ ਰਹੀ ਹੈ। 9 ਨਿਧ ਅੰਮ੍ਰਿਤ ਪ੍ਰਭ ਕਾ ਨਾਮ। ਅੰਮ੍ਰਿਤ ਰੂਪ 9 ਨਦੀਆਂ ਦੇ ਦੇਣ ਵਾਲਾ ਪ੍ਰਭੂ ਦਾ ਅੰਮ੍ਰਿਤ ਵਰਗਾ ਨਾਮ ਹੈ। 9 ਨਿਧ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸਕਾ ਵਿਸਰਾਮ। ਲੁਕਿਆ ਹੋਇਆ ਦੇਹ ਦੇ ਵਿੱਚ ਉਹ ਸਾਧ ਸੰਗਤ ਜੀਓ ਲੱਭ ਜਾਂਦਾ, ਪਾ ਲਈਦਾ ਹੈ ਜੇ ਮਹਾਰਾਜ ਦੀ ਆਗਿਆ ਮੁਤਾਬਕ ਅੰਮ੍ਰਿਤ ਛਕੇ। ਆਗਿਆ ਕੀ ਹੈ? ਅੰਮ੍ਰਿਤ ਛਕੇ। ਇੱਕੋ ਨਾਮ ਹੁਕਮ ਹੈ, ਨਾਨਕ ਸਤਿਗੁਰੂ ਦੀਆ ਬੁਝਾਈ ਜੀਓ। ਨਾਮ ਜਪੇ, ਨਿਤਨੇਮ ਕਰੇ, ਸੇਵਾ ਕਰੇ, ਇਉਂ ਸੰਗਤ ਦੇ ਸਨਮੁਖ ਨਿਮਰਤਾ ਸਹਿਤ ਰਹੇ, ਇਉਂ ਗੁਰੂ ਸਾਹਿਬ ਦੀ ਆਗਿਆ ਵਿੱਚ ਚੱਲੇ ਤਾਂ 9 ਨਿਧ ਰੂਪ ਪ੍ਰਭੂ ਦਾ ਨਾਮ ਪਾ ਲੈਂਦਾ ਹੈ। ਮਹੱਲਾ ਤੀਜਾ। ਤੀਜੇ ਪਾਤਸ਼ਾਹ ਸਤਿਗੁਰੂ ਅਮਰਦਾਸ ਸਾਹਿਬ ਜੀ ਫਰਮਾਨ ਕਰਦੇ ਨੇ, ਸਹਿਜੇ ਸਤਿਗੁਰ ਨਾ ਸੇਵਿਓ। ਜਿਸ ਨੇ ਸ਼ਾਂਤੀ ਪੂਰਵਕ ਧੀਰਜਤਾ ਦੇ ਨਾਲ ਕਾਲੀ ਕਾਲੀ ਆਏ, ਕਾਲੀ ਕਾਲੀ ਚਲੇ ਗਏ, ਭੱਜ ਦੌੜ ਦੇ ਵਿੱਚ ਭਟਕਣਾ ਹੈ, ਮਨ ਦਾ ਟਿਕਾਓ ਨਹੀਂ ਹੈ। ਮਨ ਦੇ ਟਿਕਾਓ ਵਾਸਤੇ ਇਹ ਹਦਾਇਤ ਹੈ। ਕਈ ਵਾਰ ਆਪਾਂ ਵੇਖੋ ਕਿੰਨੇ ਪੈਸੇ ਖਰਚ ਕੇ, ਕਿੰਨੇ ਉਦਮ ਦੇ ਨਾਲ ਪੂਰਾ ਜ਼ੋਰ ਲਾ ਕੇ ਹੇਮਕੁੰਟ ਸਾਹਿਬ ਤੇ ਚੜ੍ਹੀਦਾ, ਤੇ ਚੜ੍ਹ ਕੇ ਜੇ ਬੰਦਾ ਇਸ਼ਨਾਨ ਹੀ ਨਾ ਕਰੇ, ਜਾਂਦਿਆਂ ਸਾਰ ਇਸ਼ਨਾਨ ਕਰਨਾ ਲਾਜ਼ਮੀ ਹੈ, ਇਸ਼ਨਾਨ ਕਰਕੇ ਉੱਥੇ ਘੜੀ ਬੈਠੇ ਹੀ ਨਾ। ਸੰਗਤ ਦਾ ਰੁਝਾਨ ਹੈ, ਉੱਥੇ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਹੁੰਦਾ ਬੈਠ ਕੇ ਸੰਗਤ ਸੁਣਦੀ ਹੈ।
ਇੱਕ ਅਰਦਾਸ 11 ਵਜੇ ਹੁੰਦੀ ਹੈ ਤੇ ਦੂਸਰੀ ਅਰਦਾਸ 2:30-3 ਵਜੇ ਹੁੰਦੀ ਹੈ। ਸੋ ਸੰਗਤ ਦਾ ਰੁਝਾਨ ਹੁੰਦਾ ਹੈ ਕਿ ਇੱਕ ਅਰਦਾਸ ਵਿੱਚ ਜ਼ਰੂਰ ਸ਼ਾਮਲ ਹੋਇਆ ਜਾਏ। ਤੋ ਹੁਕਮਨਾਮਾ ਆ ਰਿਹਾ ਹੈ, ਅਰਦਾਸ ਹੋ ਰਹੀ ਹੈ ਤੇ ਕਿੱਡੀ ਦੂਰ ਵੇਖੋ ਹਰਿਮੰਦਰ ਸਾਹਿਬ ਆਪਾਂ ਗਏ ਆ ਤੇ ਸ਼ਾਂਤੀ ਦੇ ਨਾਲ ਲਾਈਨ ਦੇ ਵਿੱਚ ਲਾ ਕੇ ਮੱਥਾ ਹੀ ਨਹੀਂ ਟੇਕ ਸਕੇ, ਬੈਠ ਕੇ ਕੀਰਤਨ ਨਹੀਂ ਸੁਣ ਸਕੇ, ਸਮਾਂ ਹੀ ਨਹੀਂ ਸੀ। ਤੋ ਇੰਨੀ ਯਾਤਰਾ ਦਾ, ਇੰਨੇ ਸਫ਼ਰ ਦਾ ਫਿਰ ਕੀ ਲਾਭ ਹੋਇਆ? ਵਾਧੂ ਦੀ ਥਕਾਵਟ ਵੀ ਕੀਤੀ, ਹਰਜਾ ਖਰਚਾ ਵੀ ਹੋਇਆ, ਬੈਠ ਕੇ ਪਾਠ ਤਾਂ ਕੀਤਾ ਕੋਈ ਨਹੀਂ। ਸੋ ਘੱਟ ਤੋਂ ਘੱਟ ਵੀ ਜੇ ਗੁਰਦੁਆਰਾ ਸਾਹਿਬ ਆਈਏ ਤਾਂ ਨਮਸਕਾਰ ਕਰਕੇ, ਚੌਂਕੜਾ ਮਾਰ ਕੇ, ਬਹੁਤਾ ਨਹੀਂ ਤਾਂ 5 ਵਾਰ ਮੂਲ ਮੰਤਰ ਦਾ ਪਾਠ ਪੜ੍ਹੀਏ ਤੇ 5 ਵਾਰ ਵਾਹਿਗੁਰੂ ਵਾਹਿਗੁਰੂ ਦਾ ਜਾਪ ਜਪੀਏ। ਜੇ ਇੰਨਾ ਟਾਈਮ ਵੀ ਨਹੀਂ ਹੈ ਤੇ ਫਿਰ ਤਾਂ ਮੇਰੇ ਖਿਆਲ ਮੁਤਾਬਕ ਕੋਈ ਇੰਨਾ ਖਾਸ ਲਾਭ ਨਹੀਂ ਹੋਏਗਾ। ਤੋ ਇਸ ਲਈ ਪਾਤਸ਼ਾਹ ਜੀ ਕਥਨ ਕਰਦੇ ਨੇ ਕਿ ਸ਼ਾਂਤੀ ਚਾਹੀਦੀ ਹੈ, ਧੀਰਜ ਚਾਹੀਦੀ ਹੈ। ਸੋ ਸੰਤੋਖ ਚਾਹੀਦਾ ਇਨਸਾਨ ਦੇ ਮਨ ਦੇ ਵਿੱਚ। ਗਿਆਨ ਦੀ ਪ੍ਰਾਪਤੀ ਵਾਸਤੇ ਇਹਨਾਂ ਗੁਣਾਂ ਦੀ ਜ਼ਰੂਰਤ ਹੈ। ਜਿਹਨੇ ਗਿਆਨ ਪ੍ਰਾਪਤ ਕਰਨਾ, ਸਹਿਜ ਨਾਮ ਗਿਆਨ ਦਾ ਹੈ। ਜਿਹਨੇ ਗਿਆਨ ਦੀ ਪ੍ਰਾਪਤੀ ਕਰਨੀ ਹੈ ਤੇ ਸਹਿਜ ਨਾਮ ਸੰਤੋਖ ਦਾ ਹੈ, ਉਹਨੂੰ ਸੰਤੋਖੀ ਹੋਣਾ ਪਏਗਾ। ਸਹਿਜ ਨਾਮ ਧੀਰਜਤਾ ਦਾ ਹੈ, ਉਹਨੂੰ ਧੀਰਜ, ਰੱਬ ਵਰਗਾ ਹੌਸਲਾ ਰੱਖਣਾ ਪਏਗਾ। ਰੱਬ ਦਾ ਵੇਖੋ ਕਿੱਡਾ ਜਿਗਰਾ ਹੈ, ਸਾਨੂੰ ਉਹਨੇ ਜੰਮਿਆ, ਪਾਲਿਆ, ਪੜ੍ਹਾਇਆ, ਲਿਖਾਇਆ, ਖਾਣ ਪੀਣ ਨੂੰ ਦੇ ਰਿਹਾ, ਸਾਰਾ ਪ੍ਰਬੰਧ ਕਰ ਰਿਹਾ ਤੇ ਫਿਰ ਵੀ ਅਸੀਂ ਉਹਦੇ ਤੋਂ ਬੇਮੁਖ ਮੁਨਕਰ। ਕਿਸੇ ਬੰਦੇ ਦੇ ਕੋਲ ਰਹੋ, ਉਹਦਾ ਖਾਓ, ਉਹਦੀ ਗੱਲ ਨਾ ਮੰਨੋ, ਅਗਲਾ ਕੱਢ ਕੇ ਉਹ ਮਾਰਦਾ ਵੀ ਚੰਗਾ ਇਹ ਬੰਦਾ ਮੈਨੂੰ ਜਾਣਦਾ ਹੀ ਨਹੀਂ। ਰੱਬ ਦਾ ਜਿਗਰਾ ਵੇਖੋ, ਉਹ ਸਾਡੇ ਮੂੰਹ ਵੱਲ ਵੇਖ ਰਿਹਾ ਵੀ ਬੰਦੇ ਕਰਦੇ ਕੀ ਪਏ ਨੇ। ਪਰ ਜਿੰਨਾ ਚਿਰ ਪ੍ਰਾਰਬਧ ਹੈ ਉਹਨਾਂ ਚਿਰ ਇਨਸਾਨ ਭੋਗਦਾ। ਰੱਬ ਕਿਸੇ ਨਾਲ ਵੈਰ ਨਹੀਂ ਕਰਦਾ, ਇਹਦੇ ਆਪ ਦੇ ਕਰਮ ਹੀ ਇਹਦੇ ਵੈਰੀ ਬਣ ਜਾਂਦੇ। ਤੋ ਇਸ ਤਰ੍ਹਾਂ ਬਾਬੇ ਫਰੀਦ ਵਰਗਾ ਜਿਗਰਾ ਚਾਹੀਦਾ, ਜਿਨ੍ਹਾਂ 50 ਸਾਲ ਦੇ ਕਰੀਬ ਬੰਦਗੀ ਕੀਤੀ ਪਰ ਪਰਮਾਤਮਾ ਨੂੰ ਇੱਕ ਲਾਮਾ ਤੱਕ ਵੀ ਨਹੀਂ ਦਿੱਤਾ। ਇਹੀ ਆਖਿਆ ਕਿ ਦੇਖ ਬੰਦੇ ਕੇ ਭਾਗ, ਕਾਗਾ ਕਰੰਗ ਢੋਲਿਆ, ਸਗਲਾ ਖਾਇਆ ਮਾਸ, ਇਹ ਦੋਈ ਨਾ ਮਤ ਛੋਹ, ਫਿਰ ਦੇਖਾਂਗੀ ਆਸ। ਕਾਗਾ ਚੂਣ ਨਾ ਪਿੰਜਰਾ, ਬਸੇ ਤਾਂ ਉੱਡਰ ਜਾਹੇ, ਜਿਤ ਪਿੰਜਰਾ ਮੇਰਾ ਸੋ ਬਸੈ, ਮਾਸ ਨਾ ਤੇ ਦੁੱਖ ਆਏ। ਬੁੱਢਾ ਹੁਆ ਸੇਖ ਫਰੀਦ, ਕੰਬਨ ਲੱਗੀ ਦੇ, ਜੇ ਸੋ ਵਰਿਆ ਜੀਵਨ, ਪੀਤਨ ਹੋ ਸਿੱਖੇ। ਆਪਦੇ ਭਾਗਾਂ ਨੂੰ ਕੋਸਿਆ, ਰੱਬ ਨੂੰ ਮਾੜਾ ਨਹੀਂ ਆਖਿਆ। ਸਹਿਜੇ ਨਾਮ ਹੈ ਸ਼ਾਂਤੀ ਦਾ, ਇਉਂ ਜਿਸ ਨੇ ਸ਼ਾਂਤੀ ਪੂਰਵਕ, ਧੀਰਜਤਾ ਦੇ ਨਾਲ, ਸੰਤੋਖ ਦੇ ਨਾਲ ਗਿਆਨ ਦੀ ਪ੍ਰਾਪਤੀ ਲਈ ਪੂਰੇ ਸਤਿਗੁਰੂ ਦਾ ਸੇਵਨ ਨਹੀਂ ਕੀਤਾ ਜਾਂ ਪੂਰੇ ਸਤਿਗੁਰੂ ਦੀ ਸੇਵਾ ਨਹੀਂ ਕੀਤੀ। ਕਾਰ ਸੇਵਾ ਵਾਲੇ ਰੋਟੀ ਉਹਨੂੰ ਦਿੰਦੇ ਨੇ ਜਿਹੜੇ ਸੇਵਾ ਕਰਦੇ ਨੇ। ਜਿਹੜਾ ਕੋਈ ਰੋਟੀ ਖਾਣ ਆਏ ਉਹਨੂੰ ਕਹਿੰਦੇ ਚੱਲ ਟੋਕਰੀ ਫੜ, 5 ਟੋਕਰੀਆਂ ਸੁੱਟ। ਮੈਨੂੰ ਯਾਦ ਹੈ ਇਹ ਦਰਬਾਰ ਸਾਹਿਬ ਜਾਣਾ, ਨਿਆਣੇ ਦਾ ਕੰਮ ਕੀ ਹੁੰਦਾ? ਅੰਬਾਂ ਦੀ ਰੁੱਤ, ਅੰਬ ਵਰਤ ਰਹੇ ਨੇ। ਵਰਤਦੇ ਕਿਹਨਾਂ ਨੂੰ ਨੇ? ਜਿਹੜੇ ਧੁਆਈ ਸੇਵਾ ਪਰਿਕਰਮਾ ਧੋਣ ਵਾਲੇ। ਤੇ ਉਹਨਾਂ ਵੇਖਣਾ ਵੀ ਇਹ ਸੇਵਾ ਵਾਲੇ ਨੇ, ਉਹਨਾਂ ਨੂੰ ਅੰਬ ਦੇਣਾ। ਤੇ ਜੇ ਆਪਾਂ ਭੱਜੇ ਭੱਜੇ ਜਾਣਾ ਤੇ ਉਹ ਜਾਣ ਕੇ ਸਰੋਵਰ ਦੇ ਜਲ ਨਾਲ ਆਪਦੇ ਕੱਪੜੇ ਭਿਉਂ ਲੈਣੇ, 2 ਬਾਲਟੀਆਂ ਸੁੱਟਣੀਆਂ ਤੇ ਭਿਉਂ ਪਿਆ ਕੇ ਕਹਿਣਾ ਲਓ ਬਾਬਾ ਜੀ, ਆਓ ਬਾਬਾ ਜੀ ਆਪਾਂ ਵੀ ਸੇਵਾ ਕਰਦੇ। ਮਤਲਬ ਨਿਸ਼ਾਨੀ ਵੇਖਣੀ ਵੀ ਸੇਵਾ ਕੀਤੀ ਇਹਨੇ। ਤੋ ਇਸ ਵਾਸਤੇ ਪ੍ਰਸ਼ਾਦ ਵੀ ਗੁਰਦੁਆਰੇ ਦਾ ਉਹਦੇ ਵਾਸਤੇ ਹੈ ਜਿਹੜਾ ਸੇਵਾ ਕਰਦਾ ਹੈ ਜਾਂ ਸਿਮਰਨ ਕਰਦਾ ਹੈ। ਤੋ ਦੋਨਾਂ ਪੁਰਖਾਂ ਵਾਸਤੇ ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਪ੍ਰਸ਼ਾਦ ਹੈ। ਸਾਹਿਬ ਕਥਨ ਕਰਦੇ ਨੇ ਜੋ ਸੰਤੋਖ ਧੀਰਜਤਾ ਦੇ ਨਾਲ ਸੇਵਾ ਕਰਦੇ ਨੇ ਤੇ ਉਹਨਾਂ ਨੂੰ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਘਰੋਂ ਸੋ ਬ੍ਰਹਮ ਗਿਆਨ ਦਾ ਫਲ ਪ੍ਰਾਪਤ ਹੁੰਦਾ ਹੈ। ਜਿਹਨੇ ਸਹਿਜੇ ਸ਼ਾਂਤੀ ਪੂਰਵਕ ਧੀਰਜਤਾ ਦੇ ਨਾਲ, ਸੰਤੋਖ ਨਾਲ ਗਿਆਨ ਦੀ ਪ੍ਰਾਪਤੀ ਵਾਸਤੇ ਨਾ ਤਾਂ ਸੇਵਾ ਕੀਤੀ ਹੈ ਤੇ ਨਾ ਹੀ ਸਿਮਰਨ ਕੀਤਾ ਹੈ। ਵਿੱਚ ਹਉਮੈ ਜਨਮ ਬਿਨਾਸ਼, ਆਪ ਦੀ ਜਥੇਦਾਰੀ ਦਾ ਛੱਜ ਚੁੱਕੀ ਰੱਖਿਆ
ਬੰਦਾ ਪੁੱਛੇ ਵੀ ਜਥੇਦਾਰ ਤਾਂ ਉਹਦਾ ਹੁੰਦਾ ਜਿਹੜਾ ਜਥਾ ਹੋਵੇ, ਜਥਾ ਤਾਂ ਹੈ ਨਹੀਂ, ਜਥਾ ਤਾਂ ਗੁਰੂ ਮਹਾਰਾਜ ਦਾ ਆਪਦਾ ਹੈ। ਤੇ ਇਸ ਵਾਸਤੇ ਵਾਧੂ ਦਾ ਹਉਮੈ ਦਾ ਛੱਜ ਚੁੱਕਿਆ ਹੋਇਆ ਹੈ। ਗੁਰੂ ਘਰ ਦੇ ਵਿੱਚ ਨਾ ਕੋਈ ਵੱਡਾ ਨਾ ਕੋਈ ਛੋਟਾ ਹੈ, ਸਭਨਾਂ ਨੂੰ ਇੱਕ ਜੈਸਾ ਸਿਮਰਨ ਸੰਗਤ ਤੇ ਸੇਵਾ ਦੀ ਜ਼ਰੂਰਤ ਹੈ। ਇਸ ਲਈ ਹੰਗਤਾਂ ਦਾ ਛੱਜ ਜਿਹਨੇ ਚੁੱਕਿਆ ਹੋਇਆ ਆਪ ਦਾ ਮਨੁੱਖਾ ਜਨਮ ਉਹਨੇ ਨਾਸ਼ ਕਰ ਲਿਆ ਹੈ। ਸੋ ਜਿਹੜੇ ਹੰਗਤਾ ਤੋਂ ਰਹਿਤ ਹੋ ਕੇ ਗੁਰੂ ਮਹਾਰਾਜ ਦੀ ਜੋੜਿਆਂ ਦੀ ਪਰਿਕਰਮਾ ਦੀ ਧਵਾਈ ਸੇਵਾ ਤਾਂ ਗੁਰੂ ਕੀ ਇਮਾਰਤਾਂ ਦੀ ਇਹ ਸੇਵਾ ਕਰਦੀਆਂ ਸਿਮਰਨ 'ਚ ਜੁੜਦੇ, ਮਹਾਰਾਜ ਕਹਿੰਦੇ ਉਹਨਾਂ ਦਾ ਮਨੁੱਖਾ ਜਨਮ ਸਫਲ ਹੈ। ਨਹੀਂ ਤਾਂ ਵਿੱਚ ਹਉਮੈ ਜਨਮ ਵਿਨਾਸ਼, ਜੀਵ ਹੰਗਤਾ ਦੇ ਵਿੱਚ ਹੀ ਜੰਮਦਾ ਤੇ ਹੰਗਤਾ ਦੇ ਵਿੱਚ ਹੀ ਵਿਸ਼ੇਸ਼ ਕਰਕੇ ਨਾਸ਼ ਹੋ ਕੇ ਮਰ ਜਾਂਦਾ। ਸ਼ਲੋਕ ਮਹੱਲਾ ਪਹਿਲਾ। ਹਉ ਵਿੱਚ ਆਇਆ ਹਉ ਵਿੱਚ ਗਿਆ, ਹਉ ਵਿੱਚ ਜੰਮਿਆ ਹਉ ਵਿੱਚ ਮੁਆ, ਹਉ ਵਿੱਚ ਦਿੱਤਾ ਹਉ ਵਿੱਚ ਲਿਆ, ਹਉ ਵਿੱਚ ਖੱਟਿਆ ਹਉ ਵਿੱਚ ਗਿਆ, ਹਉ ਵਿੱਚ ਸਚਿਆਰ ਕੂੜਿਆਰ, ਹਉ ਵਿੱਚ ਪਾਪ ਪੁੰਨ ਵਿਚਾਰ, ਹਉ ਵਿੱਚ ਹੱਸੈ ਹਉ ਵਿੱਚ ਰੋਵੈ, ਹਉ ਵਿੱਚ ਪਰਿਆ ਹਉ ਵਿੱਚ ਧੋਵੈ, ਹਉ ਵਿੱਚ ਜਾਤੀ ਜਿਨ ਸੀਖ ਹੋਵੈ। ਇਸ ਤਰ੍ਹਾਂ ਹਉਮੈ ਦੇ ਵਿੱਚ ਹੀ ਆਉਂਦਾ ਜਿਉਂਦਾ ਤੇ ਮਰਦਾ ਹੈ। ਰਸਨਾ ਹਰ ਰਸਨਾ ਚਖਿਓ, ਜਿਸ ਨੇ ਪ੍ਰਤੱਖ ਰਸਨਾ ਦੇ ਨਾਲ ਵਾਹਿਗੁਰੂ ਵਾਹਿਗੁਰੂ ਨਾਮ ਜਪਣ ਦਾ ਰਸ ਨਹੀਂ ਚਖਿਆ, ਜਾਂ ਪ੍ਰੀਤੀ ਰੂਪ ਰਸਨਾ ਦੁਆਰਾ ਪਰਮੇਸ਼ਰ ਦੇ ਨਾਮ ਰਸ ਨੂੰ ਨਹੀਂ ਚਖਿਆ। ਕਮਲ ਨ ਹੋਇਓ ਪਰਗਾਸ, ਉਸ ਦੇ ਹਿਰਦੇ ਰੂਪੀ ਕਮਲ ਵਿੱਚ ਗਿਆਨ ਦਾ ਚੰਨ ਨਹੀਂ ਹੋਇਆ ਹੈ। ਜੋਗੀਆਂ ਦੇ ਮਤ ਅਨੁਸਾਰ ਜੇ ਹਿਰਦਾ ਕਮਲ ਮੁੱਦਾ ਮੰਨ ਲਈਏ ਤੇ ਮਹਾਰਾਜ ਨੇ ਵੀ ਆਖਿਆ ਮਨਮੁਖ ਉਂਦਾ ਕੌਲ ਹੈ। ਮਨਮੁਖ ਦਾ ਹਿਰਦਾ ਰੂਪੀ ਕਮਲ ਉਂਦਾ ਮੁੱਦਾ ਪਿਆ ਹੈ, ਨਾ ਤੇ ਇਸ ਭਗਤ ਨਾ ਭਾਉ, ਕਿਉਂਕਿ ਨਾ ਉਹਦੇ ਮਨ 'ਚ ਪ੍ਰੇਮ ਹੈ ਨਾ ਭਗਤੀ ਹੈ। ਜਿਸ ਕਰਕੇ ਦਸਮ ਦੁਆਰ ਵਿੱਚੋਂ ਜੋ ਅੰਮ੍ਰਿਤ ਬੂੰਦ ਝਰਦੀ ਹੈ, ਜੋ ਜਠ ਰਗਣ 'ਚ ਪੈ ਕੇ ਭਸਮ ਹੋ ਜਾਂਦੀ ਹੈ, ਜਦੋਂ ਜੋਗੀ ਜਨ ਮੂਲ ਦੁਆਰੇ ਦੀ ਪੌਣ ਨੂੰ ਸਾਧ ਕੇ ਕਮਲ ਨੂੰ ਸਿੱਧਾ ਕਰ ਲੈਂਦੇ ਨੇ, ਤਦੋਂ ਦਸਮ ਦੁਆਰ ਤੋਂ ਡਿੱਗੀ ਬੂੰਦ ਹਿਰਦੇ ਕਮਲ 'ਚ ਪੈਂਦੀ ਹੈ, ਜੋ ਜੋਗੀਆਂ ਦੀ ਉਮਰ ਲੰਬੀ ਕਰਨ ਦਾ ਕਾਰਨ ਬਣਦੀ ਹੈ। ਇਸੇ ਪ੍ਰਕਾਰ ਜੀਵ ਦਾ ਹਿਰਦੇ ਰੂਪੀ ਕਮਲ ਗੁਰਾਂ ਦੇ ਸਨਮੁਖੋਂ ਰੂਪੀ ਸਿੱਧਾ ਨਹੀਂ ਹੋਇਆ, ਤੇ ਨਾ ਹੀ ਕਰੁਣਾ ਮਦਦ ਮੈਤਰੀ ਅਤੇ ਅਪੇਖਿਆ ਆਦਿਕ ਪੰਖੜੀਆਂ ਦੇ ਸਹਿਤ ਹੋਇਆ ਹੈ। ਜਾਂ ਗੁਰੂ ਉਪਦੇਸ਼ ਦੁਆਰਾ ਗਿਆਨ ਰੂਪੀ ਸੂਰਜ ਦੀ ਕਿਰਨ ਦਾ ਹਿਰਦੇ ਰੂਪੀ ਕਮਲ ਦੇ ਵਿੱਚ ਪ੍ਰਕਾਸ਼ ਨਹੀਂ ਹੋਇਆ ਹੈ, ਜਿਸ ਕਰਕੇ ਵਾਸ਼ਨਾ ਰੂਪੀ ਵਾਏ, ਕਾਮ ਰੂਪੀ ਕਾਫ ਤੇ ਪਾਪਾਂ ਰੂਪੀ ਪਿੱਤ ਮਿਟਦੀ ਨਹੀਂ ਹੈ। ਭਿਖ ਖਾਦੀ ਮਨ ਮੁਖ ਮੋਆ, ਅੰਮ੍ਰਿਤ ਤਾਂ ਛਕਿਆ ਨਹੀਂ ਤੇ ਜੋ ਮਨਮੁਖ ਨੇ ਵਿਸ਼ਿਆਂ ਰੂਪੀ ਜ਼ਹਿਰ ਖਾਣਾ ਕੀਤੀ ਹੈ। ਮਾਇਆ ਮੋਹਿ ਵਿਨਾਸ਼, ਇਸ ਕਰਕੇ ਮਨਮੁਖ ਮਾਇਆ ਦੇ ਮੋਹ 'ਚ ਲੱਗਣੇ ਕਰਕੇ, ਮਾਇਆ ਦਾ ਮੋਹ ਵਿਸ਼ਿਆਂ 'ਚ ਲੱਗਣ ਕਰਕੇ ਬਾਰ-ਬਾਰ ਨਾਸ਼ ਹੁੰਦਾ ਰਹਿੰਦਾ। ਮੋਹ ਬੰਦੇ ਤਾਂ ਇੱਕ ਦਿਨ ਮਰਦੇ ਨੇ, ਉਹ ਰੋਜ਼-ਰੋਜ਼ ਮਰਦਾ ਹੈ, ਜੋ ਲਾਹਨਤਾਂ ਪੈਂਦੀਆਂ ਨੇ। ਜਾਂ ਮਾਇਆ ਦੇ ਮੋਹ ਇਸ ਨੂੰ ਪਰਮੇਸ਼ਰ ਵੱਲੋਂ ਬੇਮੁਖ ਕਰਨ ਰੂਪੀ ਨਾਸ਼ ਕਰਦਾ ਰਹਿੰਦਾ ਹੈ। ਇਕ ਹਰ ਕੇ ਨਾਮ ਬਿਨਾ, ਇੱਕ ਪਰਮੇਸ਼ਰ ਦੇ ਨਾਮ ਜਪੇ ਤੋਂ ਬਿਨਾ ਤ੍ਰਿਗ ਜੀਵਨ ਤ੍ਰਿਗ ਵਾਸ, ਮਨਮੁਖ ਦਾ ਹੁਣ ਤੱਕ ਸੰਸਾਰ 'ਚ ਜਿਉਣਾ ਤ੍ਰਿਕਾਰ ਯੋਗ ਅਤੇ ਹੋਰ ਜੀਵਨ ਦੀ ਵਾਸ਼ਨਾ ਦੇ ਵੀ ਤ੍ਰਿਕਾਰ ਹੈ। ਜਾਂ ਪ੍ਰਤੱਖ ਘਰ ਦੇ ਵਿੱਚ ਵਸਣਾ, ਜਾਂ ਤਿੰਨੇ ਦੇਹਾਂ ਰੂਪੀ ਘਰ ਵਿੱਚ ਵਸਣਾ ਤ੍ਰਿਕਾਰ ਹੈ। ਜਾਂ ਸੁਤਵਿਦ ਲੋਕ ਈਖਣਾ ਆਦਿਕ ਵਾਸ਼ਨਾ ਕਰਨੀ ਵੀ ਤ੍ਰਿਕਾਰ ਯੋਗ ਹੈ। ਜਾਂ ਆਪੇ ਨਦਰ ਕਰੇ ਪ੍ਰਭ ਸੱਚਾ, ਜਦ ਪੂਰਬਲੇ ਨਿਸ਼ਕਾਮ ਕਰਮਾਂ ਦੀ ਪ੍ਰੇਰਨਾ ਸਦਕਾ ਸੱਚਾ ਪਰਮੇਸ਼ਰ ਆਪ ਕਿਰਪਾ ਦ੍ਰਿਸ਼ਟੀ ਕਰਦਾ ਹੈ। ਤਾਂ ਹੋਵੈ ਦਾਸਨ ਦਾਸ, ਤਾਂ ਹੀ ਜੀਵ ਵਾਹਿਗੁਰੂ ਸਤਿਗੁਰੂ ਦੇ ਸੇਵਕਾਂ ਦਾ ਮਨ ਬਾਣੀ ਸਰੀਰ ਕਰਕੇ ਸੇਵਕ ਹੋਣਾ ਕਰਦਾ ਹੈ। ਤਾਂ ਅਨੰਦਨ ਸੇਵਾ ਕਰੇ ਸਤਿਗੁਰੂ ਕੀ, ਜਦ ਸੇਵਕ ਬਣਦਾ ਹੈ ਤਾਂ ਹੀ ਦਿਨ ਰਾਤ ਸਤਿਗੁਰੂ ਦੀ ਸੇਵਾ ਟਹਿਲ ਕਰਦਾ ਹੈ। ਕਬ ਹੈ ਨਾ
ਛੋਟੈ ਪਾਸ। ਫਿਰ ਕਦੇ ਵੀ ਜੀਵ ਸਤਿਗੁਰਾਂ ਦਾ ਪਾਸਾ ਨਹੀਂ ਛੱਡਦਾ। ਜਿਉ ਜਲ ਮੈਂ ਕਮਲ ਲਿਪਤੋ ਵਰਤੈ। ਜਿਵੇਂ ਪਾਣੀ ਚ ਰਹਿੰਦਾ ਹੋਇਆ ਕਮਲ ਨਿਰਲੇਪ ਵਰਤਦਾ ਹੈ। ਤਿਉ ਵਿੱਚੇ ਗ੍ਰਹਿ ਉਦਾਸ। ਜਿਵੇਂ ਉਹ ਜੀਵ ਗ੍ਰਸਤ ਅੰਦਰ ਉਪਰਾਮ ਹੋ ਕੇ ਰਹਿੰਦਾ ਹੈ। ਜੈਸੇ ਜਲ ਮੈਂ ਕਮਲ ਨਿਰਾਲਮ ਮੁਰਗਾਈ ਨੈ ਸਾਣੇ। ਸੁਰਤ ਸ਼ਬਦ ਭਵ ਸਾਗਰ ਤਰੀਐ ਨਾਨਕ ਨਾਮ ਬਖਾਣੇ। ਜੈਸੇ ਜਲ ਮੈਂ ਕਮਲ ਨਿਰਲੇਪ ਤੇ ਇਉਂ ਬ੍ਰਹਮ ਗਿਆਨੀ ਸਦਾ ਨਿਰਲੇਪ। ਜੈਸੇ ਜਲ ਮੈਂ ਕਮਲ ਅਲੇਪ। ਇਸ ਤਰ੍ਹਾਂ ਦਾ ਗੁਰੂ ਦੇ ਸਿੱਖ ਦਾ ਜੀਵਨ ਹੈ। ਰੇ ਮਨ ਐਸੋ ਕਰ ਸੰਨਿਆਸਾ ਬਨ ਸੇ ਸਦਨ ਸਭੈ ਕਰ ਸਮਝੋ ਮਨ ਹੀ ਮਾਹੀ ਉਦਾਸਾ। ਜਨ ਨਾਨਕ ਕਰੇ ਕਰਾਇਆ ਸਭ ਕੋ। ਸਤਿਗੁਰੂ ਸਾਹਿਬ ਜੀ ਕਥਨ ਕਰਦੇ ਨੇ ਦਾਸਾ ਭਾਵ ਧਾਰ ਕੇ ਫਰਮਾਉਂਦੇ ਕਿ ਪੂਰਬਲੇ ਕਰਮਾਂ ਦੇ ਸੰਸਕਾਰ ਦੇ ਅਨੁਸਾਰ ਹੀ ਈਸ਼ਰ ਦਾ ਕਰਾਇਆ ਹੋਇਆ ਸਭ ਕੋਈ ਕਰਤੱਵ ਕਰਦਾ ਹੈ। ਜਿਉ ਭਾਵੈ ਤਿਵ ਗੁਣ ਦਾਸ। ਇਸ ਲਈ ਜਿਵੇਂ ਪਰਮੇਸ਼ਰ ਨੂੰ ਭਾਉਂਦਾ ਤਿਵੇਂ ਗੁਣਾਂ ਦੇ ਖਜ਼ਾਨੇ ਹਰੀ ਪਰਮੇਸ਼ਰ ਦੀ ਰਜ਼ਾ ਦੇ ਵਿੱਚ ਚੱਲਣਾ ਕਰੇ। ਪੌੜੀ ਜੇ ਪਾਤਸ਼ਾਹ ਸਤਿਗੁਰੂ ਅਮਰਦਾਸ ਸਾਹਿਬ ਜੀ ਵਿਚਾਰ ਰਹੇ ਹਨ। ਛਤੀ ਹੈ ਜੁਗ ਗੁਬਾਰਸਾ। ਜਦੋਂ ਛਤੀ ਯੁਗ ਹਨੇਰਾ ਸੀ, ਭਾਵ ਛਤੀ ਯੁਗ ਵਿੱਚ ਕੋਈ ਵੀ ਰਚਨਾ ਨਹੀਂ ਸੀ। ਬੜਾ ਭਾਰੀ ਹਨੇਰਾ ਹੀ ਹਨੇਰਾ। ਨਾ ਸੂਰਜ, ਨਾ ਚੰਦਰਮਾ, ਨਾ ਪਾਣੀ ਆਦਿਕ ਪੰਜ ਤੱਤ ਸਨ। ਨਾ ਧਰਤੀ, ਨਾ ਆਕਾਸ਼। ਆਪੇ ਗਣਤ ਕੀਨੀ। ਉਦੋਂ ਪਰਮੇਸ਼ਰ ਖੁਦ ਬਖੁਦ ਆਪ ਹੀ ਸੀਗਾ। ਆਪ ਹੀ ਯੁੱਗਾਂ ਦੀ ਗਿਣਤੀ ਕੀਤੀ, ਜਾਂ ਆਪ ਹੀ ਇੱਕ ਤੋਂ ਅਨੇਕ ਹੋਂ ਰੂਪ, ਜਾਂ ਸ੍ਰਿਸ਼ਟੀ ਦੀ ਰਚਨੇ ਦੀ ਗਿਣਤੀ ਕੀਤੀ ਸੀ। ਆਪੇ ਸ੍ਰੇਸ਼ਟ ਸਭ ਸਾਜੀਆਂ। ਪਰਮੇਸ਼ਰ ਨੇ ਆਪ ਹੀ ਸਭ ਸ੍ਰਿਸ਼ਟੀ ਨੂੰ ਸਾਜਣਾ ਕੀਤਾ ਹੈ। ਆਪ ਮਤ ਦੀਨੀ। ਔਰ ਆਪ ਹੀ ਜੀਵਨ ਨੂੰ ਗੁਰ ਮਤ, ਵਿਵਹਾਰਕ ਮਤ, ਸ਼ਾਸਤਰ ਗਿਆਨ ਦੀ ਮਤ, ਬੁੱਧੀ ਦੇਣਾ ਕੀਤੀ ਹੈ। ਸ਼ੁਭ ਅਸ਼ੁਭ ਮਤ ਦੇਣਾ ਕੀਤੀ ਹੈ। ਕਿਉਂਕਿ ਵਾਹਿਗੁਰੂ ਦੇ ਵਸ ਹੈ। ਆਪਾਂ ਕਹਿੰਦੇ ਫਲਾਣਾ ਬੰਦਾ ਬੜਾ ਸਿਆਣਾ ਜੀ, ਫਲਾਣਾ ਤਾਂ ਬੁੱਧੂ ਆ। ਇਹ ਗੱਲ ਬਿਲਕੁਲ ਗਲਤ ਹੈ। ਮਹਾਰਾਜ ਕਹਿੰਦੇ ਗੁਰਮੁਖੋ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ। ਕੋਈ ਸਿਆਣਾ ਨਾ ਆਖੋ, ਕੋਈ ਮੂਰਖ ਨਾ ਆਖੋ। ਕਿਉਂਕਿ ਨਾ ਕੋ ਮੂਰਖ ਨਾ ਕੋ ਸਿਆਣਾ, ਵਰਤੈ ਸਭ ਕਿਛ ਤੇਰਾ ਭਾਣਾ। ਇਹ ਵਾਹਿਗੁਰੂ ਦਾ ਹੁਕਮ ਵਰਤ ਰਿਹਾ। ਤੁਸੀਂ ਵੇਖੋ ਵੀ ਮੇਰੀ ਤਾਂ ਇੱਥੋਂ ਤੱਕ ਸ਼ਰਧਾ ਹੈ। ਉਂਝ ਵੈਸੇ ਅਸੀਂ ਟਕਸਾਲੀ ਸਿੰਘ ਪ੍ਰਚਾਰ ਕਰਦੇ ਹਾਂ ਕਿ ਬਾਣੀ ਦੀ ਸੰਥਿਆ ਲਾਜ਼ਮੀ ਕਰਨੀ ਚਾਹੀਦੀ ਹੈ। ਸੰਥਿਆ ਤੋਂ ਬਗੈਰ ਪਾਠ ਨਾ ਕਰੋ। ਪਰ ਜੇ ਆਪਾਂ ਲਾਈਏ ਗੁਰੂ ਸਾਹਿਬ ਦੀ ਕਿਰਪਾ, ਉਹ ਕਿਸੇ ਵੇਲੇ ਵੀ ਕਿਸੇ ਤੇ ਵੀ ਹੋ ਸਕਦੀ ਹੈ। ਜਿਹੜਾ ਲਾਲ ਪੰਡਤ ਗੁਰੂ ਹਰਕ੍ਰਿਸ਼ਨ ਸਾਹਿਬ ਤੇ ਸ਼ੰਕਾ ਕਰਨ ਵਾਲਾ ਸੀ, ਪੰਜੋਖਰੇ ਵਾਲਾ, ਉਹਨੇ ਆਖਿਆ ਵੀ ਇਹ ਕ੍ਰਿਸ਼ਨ ਦੀ ਉਚਾਰੀ ਗੀਤਾ ਦੇ ਅਰਥ ਵੀ ਨਾ ਕਰ ਸਕਦੇ। ਹੁਣ ਇਹ ਵੱਡਾ ਇੰਨਾ ਵੱਡਾ ਇਹਨਾਂ ਨਾਮ ਰਖਾਇਆ। ਤੇ ਮਹਾਰਾਜ ਨੇ ਆਖਿਆ ਪੰਡਤਾ ਤੂੰ ਜਿਹਨੂੰ ਮਰਜ਼ੀ ਲੈ ਆ, ਜੇ ਮੈਂ ਅਰਥ ਕਰਕੇ ਸੁਣਾਤੇ ਤਾਂ ਵੀ ਤੇਰਾ ਸ਼ੰਕਾ ਨਹੀਂ ਨਿਬੜਨਾ। ਤੂੰ ਸੋਚਣਾ ਵੀ ਸ਼ਾਇਦ ਗੁਰੂ ਘਰ ਦੇ ਵਿੱਚ ਕਿਸੇ ਚੀਜ਼ ਦੀ ਘਾਟ ਨਾ ਹੋਣ ਕਰਕੇ ਪੜ੍ਹ ਗਏ ਹੋਣਗੇ। ਜਿਹਨੂੰ ਮਰਜ਼ੀ ਲਾਇਆ ਆਪ ਦੇ ਪਿੰਡ ਚੋਂ, ਆਪ ਦਾ ਜਾਣਕਾਰ ਬੰਦਾ। ਉਹਨੇ ਛੱਜੂ ਚੀਰ ਨੂੰ ਲਿਆਂਦਾ, ਜਿਹੜਾ ਬੋਲਾ ਤੇ ਗੂੰਗਾ ਸੀਗਾ, ਝੀਵਰਾਂ ਦਾ ਮੁੰਡਾ, ਪਾਣੀ ਭਰ ਕੇ ਗੁਜ਼ਾਰਾ ਕਰਨ ਵਾਲਾ। ਪੜ੍ਹਦੇ ਉਹਨੇ ਵੇਖੇ ਵੀ ਨਹੀਂ ਸਨ, ਸਕੂਲ ਦਾ ਉਹਨੂੰ ਪਤਾ ਹੀ ਨਹੀਂ ਸੀ ਕਿਹੜੇ ਪਾਸੇ। ਤੋ ਵੇਖੋ ਉਹਨੂੰ ਮਹਾਰਾਜ ਨੇ ਆਪ ਦੇ ਇਸ਼ਨਾਨ ਕੀਤੇ ਜਲ ਵਿੱਚੋਂ ਟੁੱਬਾ ਲਵਾ ਕੇ ਤੇ ਨਵੇਂ ਵਸਤਰ ਪਹਿਨਾ ਕੇ, ਕੇਸੀ ਇਸ਼ਨਾਨ ਕਰਾ ਕੇ, ਫੁੱਲਾਂ ਦੀ ਛੱਡੀ ਰੱਖ ਕੇ, ਉਹਦੇ ਸਿਰ ਤੇ ਹੱਥ ਰੱਖ ਕੇ ਉਹਨੇ ਇੰਨਾ ਸਿਆਣਾ ਬਣਾਤਾ। ਇਤਿਹਾਸ ਗਵਾਹ ਉੱਥੇ ਗੁਰਦੁਆਰਾ ਸਾਹਿਬ ਬਣਿਆ ਹੋਇਆ। ਐਵੇਂ ਗੁਰਦੁਆਰਾ ਤਾਂ ਬਣਦਾ ਨਹੀਂ, ਇਤਿਹਾਸ ਹੈ ਤਾਂ ਹੀ ਗੁਰਦੁਆਰਾ ਬਣਿਆ ਹੋਇਆ। ਤੋ ਅੱਜ ਵੀ ਉੱਥੇ ਗੂੰਗੇ ਬੋਲਦੇ ਨੇ। ਫਿਰ ਬੰਦਾ ਕੀ ਦੱਸੋ, ਪੁੱਛੂਗਾ ਦੱਸੋ ਭਾਈ, ਆਪਾਂ ਕੀ ਕਹਿ ਸਕਦੇ ਹਾਂ ਵੀ ਆਪਦੀ ਮਰਜ਼ੀ ਨਾਲ ਆਪਾਂ ਸਿਆਣੇ ਜਾਂ ਮੂਰਖ ਹਾਂ। ਇਹ ਗੁਰੂ ਸਾਹਿਬ ਦੀ ਆਪਦੀ ਹੀ ਖੇਡ ਹੈ।
अडिल सुने गुंग जो याहे सुरस न पावई सुने मूढ़ चित लाए चतुरता आवई। इंज ये प्रकरण जो महाराज ने आरंभ किया है, ਇਹਦਾ ਭਾਵ ਅਰਥ ਇਹ ਹੈ ਕਿ ਆਪਾਂ ਨੂੰ ਹਉਮੈ ਹੰਕਾਰ ਤੋਂ ਰਹਿਤ ਹੋ ਕੇ, ਜਿਹੜੀ ਸੀ ਆਪਦੇ ਆਪ ਨੂੰ ਸਿੰਘ ਸਾਹਿਬ ਮੰਨਦੇ ਆ ਜਾਂ ਅਕਾਲੀ ਮੰਨਦੇ ਆ ਜਾਂ ਕੁਝ ਵੀ ਆਪਦੇ ਆਪ ਨੂੰ ਆਪਾਂ ਮੰਨਦੇ ਆ ਵੀ ਆਪਾਂ ਗਿਆਨਵਾਨ, ਸੋ ਵਾਹਿਗੁਰੂ ਦੇ ਹੁਕਮ ਮੁਤਾਬਕ ਸਭਨਾਂ ਨੂੰ ਪ੍ਰਭੂ ਪਰਮਾਤਮਾ ਦੀ ਰਚਨਾ, ਉਹਨਾਂ ਦੀ ਪੈਦਾ ਕੀਤੀ ਸ੍ਰਿਸ਼ਟੀ, ਉਹਨਾਂ ਦੀ ਸਾਧ ਸੰਗਤ ਮੰਨ ਕੇ ਨਿਮਰਤਾ ਸਹਿਤ ਰਹਿਣਾ ਚਾਹੀਦਾ ਹੈ। ਨਾ ਕੋ ਮੂਰਖ ਨਾ ਕੋ ਸਿਆਣਾ, ਵਰਤੈ ਸਭ ਕੁਛ ਤੇਰਾ ਪਾਣਾ। ਮਤ ਸੁਮਤ ਤੇਰੇ ਬਸ ਸੁਆਮੀ, ਹਮ ਜੰਤ ਤੂੰ ਪੁਰਖ ਜੰਤਨੀ। ਜਨ ਨਾਨਕ ਕੇ ਪ੍ਰਭ ਕਰਤੇ ਸੁਆਮੀ, ਜੋ ਭਾਵੈ ਤਿਵੇਂ ਬੁਲੈਨੀ। ਛਜੂ ਚੀਵਰ ਨੇ ਕਸਮਨੰ ਸ਼ਾਸਤਰ ਪ੍ਰਵਿਰਤੇ ਕਹਿ ਕੇ ਹੀ ਪੰਡਤ ਦੀ ਪੈਰਾਂ ਹੇਠੋਂ ਜ਼ਮੀਨ ਕੱਢ ਦਿੱਤੀ। ਸਾਰੀ ਅਰਥ ਆਪ ਹੀ ਪਾਠ ਕਰਕੇ ਆਪ ਹੀ ਕਰਕੇ ਸੁਣਾ ਦਿੱਤੇ। ਇਸ ਵਾਸਤੇ ਆਪ ਹੀ ਸ਼ੁਭ ਤੇ ਅਸ਼ੁਭ ਮਤ ਇਹ ਵਾਹਿਗੁਰੂ ਤੂੰ ਦੇਣਾ ਕੀਤੀ ਹੈ। ਸਿਮਰਤ ਸਾਸਤ ਸਾਜਿਆ ਨਾਮ, ਆਪ ਹੀ ਰਖੀਆਂ ਮੁਨੀਆਂ ਨੂੰ ਸਿਮਰਤੀਆਂ ਤੇ ਸ਼ਾਸਤਰ ਰਚਨ ਵਾਲੀ ਮਤ ਦੇਣਾ ਕੀਤੀ ਹੈ। ਅਤੇ ਰਖੀਆਂ ਮੁਨੀਆਂ ਨੇ ਸਿਮਰਤੀਆਂ ਸ਼ਾਸਤਰਾਂ ਦੇ ਵਿੱਚ ਪਾਪ ਪੁੰਨ ਗਣਤ ਗਣੀਨੀ, ਪਾਪ ਕਰਮ ਤੇ ਪੁੰਨ ਕਰਮਾਂ ਦੀ ਗਿਣਤੀ ਗਣਨਾ ਕੀਤੀ ਹੈ। ਜਿਸ ਬੁਝਾਏ ਸੋ ਬੁਝਸੀ, ਇਸ ਪੁਰਖ ਨੂੰ ਪਰਮੇਸ਼ਰ ਆਪ ਸਮਝਾਉਂਦਾ, ਉਹੀ ਪਿੱਛੇ ਸਮਝਦਾ, ਉਹੀ ਹੁਣ ਸਮਝਦਾ, ਉਹੀ ਪਰਮੇਸ਼ਰ ਦੇ ਆਨੰਦ ਨੂੰ ਬੁਝੇਗਾ। ਸੱਚਾ ਸ਼ਬਦ ਪਤੀਨੀ, ਪਰ ਇਹ ਸੱਚੇ ਗੁਰਾਂ ਦੇ ਉਪਦੇਸ਼ ਕਰਕੇ ਹੀ ਅਜਮਾਇਸ਼ ਆਉਂਦੀ ਹੈ, ਜਾਂ ਜੋ ਸੱਚੇ ਸ਼ਬਦ ਨੂੰ ਕਮਾਉਂਦਾ ਉਸ ਦਾ ਮਨ ਪਰਮੇਸ਼ਰ ਤੇ ਪਤੀਜ ਆਉਂਦਾ ਹੈ। ਸਭ ਆਪੇ ਆਪ ਵਰਤਦਾ, ਸਾਰਿਆਂ 'ਚ ਪਰਮੇਸ਼ਰ ਆਪਣਾ ਆਪ ਰੂਪ ਹੋ ਕੇ ਵਰਤ ਰਿਹਾ ਹੈ। ਆਪੇ ਬਖਸ਼ ਮਿਲਾਈ, ਔਰ ਆਪ ਹੀ ਜੀਵ ਦੇ ਔਗਣ ਬਖਸ਼ ਕੇ ਆਪਣੇ ਸਰੂਪ 'ਚ ਮਿਲਾ ਲੈਂਦਾ। ਜਾਂ ਇਸੇ ਪ੍ਰਕਾਰ ਆਪੇ ਬਖਸ਼ ਮਿਲਾਈ, ਆਪ ਹੀ ਗੁਰਾਂ ਦੁਆਰਾ ਨਾਮ ਦੀ ਦਾਤ ਬਖਸ਼ ਕੇ ਆਪਣੇ ਸਰੂਪ ਵਿੱਚ ਮਿਲਾ ਲੈਂਦਾ ਹੈ। ਇੱਥੇ 7 ਅੰਕ ਆਇਆ, ਜਿਸ ਦਾ ਭਾਵ ਹੈ ਕਿ 7ਵੀਂ ਪੌੜੀ ਸਮਾਪਤ ਹੋ ਗਈ ਹੈ। ਪਰ ਗੁਰੂ ਹਰਗੋਬਿੰਦ ਸਾਹਿਬ ਦਾ ਹੁਕਮ ਹੈ ਕਿ ਹਰੇਕ ਪੌੜੀ ਦੀ ਸਮਾਪਤੀ ਤੇ ਆ ਪੰਕਤੀ ਪੜੋ। ਵਾਹੋ ਵਾਹੋ ਸੱਚੇ ਪਾਤਸ਼ਾਹ, ਇਹ ਸੱਚੇ ਪਾਤਸ਼ਾਹ ਤੂੰ ਵਾਹੋ ਅਚਰਜ ਤੇ ਵਾਹੋ ਵਿਸਮਾਦ ਰੂਪ ਹੈ। ਤੂੰ ਸੱਚੀ ਨਾਈ, ਔਰ ਤੂੰ ਆਪ ਹੀ ਸੱਚੀ ਨਾਈ ਮਹਿਮਾ ਵਾਲਾ ਹੈ। ਇੱਥੇ ਸਮਾਪਤੀ ਹੈ ਜੀ। ਭੁੱਲਾਂ ਚੁੱਕਾ ਖਿਮਾ ਕਰੋ, ਅੱਗੇ ਤੋਂ ਸਮਤ ਬਖਸ਼ੋ। ਸਭ ਆਪੇ ਆਪ ਵਰਤਦਾ, ਆਪੇ ਬਖਸ਼ ਮਿਲਾਈ। ਵਾਹੋ ਵਾਹੋ ਸੱਚੇ ਪਾਤਸ਼ਾਹ ਤੂੰ ਸੱਚੀ ਨਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ